दर्शन प्यासी दिन सरात चितव अंदन नीता खोल कपट कर में लिया नानक हर संग मीता होवे चिवत खसमदी नूर अरसा कुरसा चटी है तुद डिटे सच्चे पातशाह मल जन्म जन्म दी कटी है। देख जिवें गुर तेरा दर्शन देख जीवा गुर तेरा जीवा गुर तेरा जीवा गुर तेरा देख जीवा गुर तेरा दर्शन देख जीवा गुर तेरा देख जीवा गुर तेरा दर्शन देख जीवा गुर तेरा देख जीवा गुर तेरा दर्शन देख जीवा गुर तेरा देख जीवा गुर तेरा देख जीवा गुर तेरा देख जीवा गुर तेरा दर्शन देख जीवा गुर तेरा देख जीवा गुर तेरा दर्शन देख जीवा गुर तेरा देख जीवा गुर तेरा दर्शन देख जीवा गुर तेरा 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 दर्शन देख जीवा गुर तेरा देख जीवा गुर तेरा देख जीवा गुर तेरा दर्शन देख जीवा गुर तेरा देख जीवा गुर तेरा दर्शन देख जीवा गुर तेरा 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 दर्शन देख जीवा गुर तेरा देख जीवा गुर तेरा देख जीवा गुर तेरा देख जीवा गुर तेरा दर्शन देख जीवा गुर तेरा दर्शन देख जीवा गुर तेरा दर्शन देख जीवा गुर तेरा देख जीवा गुर तेरा दर्शन देख जीवा गुर तेरा गुर तेरा देख जीवा गुर तेरा देख जीवा गुर तेरा दर्शन देख जीवा गुर तेरा देख जीवा गुर तेरा दर्शन 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 देख जीवा गुर तेरा देख जीवा गुर तेरा दर्शन देख जीवा गुर तेरा देख जीवा गुर तेरा दर्शन देख जीवा गुर तेरा पूर्ण कर्म होए प्रभ मेरा यह बनंती सुन प्रभ मेरे जह नाम कर अपने चेहरे अपनी शरण राख प्रभ दाते गुर प्रसाद किन मिलने जाते सुनो बिनो प्रभ मेरे मीता चरण कमल वर्ता मेरे चीता
ਨਾਨਕ ਇੱਕ ਕਰ ਅਰਦਾਸ ਵਿਚਰ ਨਹੀਂ ਪੂਰਨ ਗੁਣ ਤਾਤ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਦੇਖ ਜੀਵਾਂ ਗੁਰ ਤੇਰਾ ਦੇਖ ਜੀਵਾਂ ਗੁਰ ਤੇਰਾ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਜੀਵਾਂ ਗੁਰ ਤੇਰਾ ਦੇਖ ਜੀਵਾਂ ਗੁਰ ਤੇਰਾ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਜਿੱਥੇ ਜਾਂਦੇ ਸੀ ਨਿਹਾਲ ਕਰੀ ਜਾਂਦੇ ਸੀ ਕਿਣਕਾ ਕਿਣਕਾ ਦੇਖ ਕੇ ਨਾਮ ਦਾ ਜਾਂਦੇ ਸੀ ਨਿਹਾਲ ਕਰੀ ਕਿਣਕਾ ਕਿਣਕਾ ਦੇਖ ਕੇ ਨਾਮ ਦਾ ਜਿੱਥੇ ਜਾਂਦੇ ਸੀ ਨਿਹਾਲ ਕਰੀ ਜਾਂਦੇ ਸੀ ਕਿਣਕਾ ਕਿਣਕਾ ਦੇ ਕੇ ਨਾਮ ਦਾ ਜਿੱਥੇ ਜਾਂਦੇ ਸੀ ਨਿਹਾਲ ਕਰੀ ਜਾਂਦੇ ਸੀ ਕਿਣਕਾ ਕਿਣਕਾ ਦੇ ਕੇ ਨਾਮ ਦਾ ਜਾਂਦੇ ਸੀ ਨਿਹਾਲ ਕਰੀ ਜਾਂਦੇ ਸੀ ਕਿਣਕਾ ਕਿਣਕਾ ਦੇ ਨਾਮ ਦਾ ਜਿੱਥੇ ਜਾਂਦੇ ਸੀ ਨਿਹਾਲ ਕਰੀ ਜਾਂਦੇ ਸੀ ਕਿਣਕਾ ਕਿਣਕਾ ਦੇ ਨਾਮ ਦਾ ਜਿੱਥੇ ਜਾਂਦੇ ਸੀ ਨਿਹਾਲ ਕਰੀ ਜਾਂਦੇ ਸੀ ਨਿਹਾਲ ਕਰੀ ਜਾਂਦੇ ਸੀ ਕਿਣਕਾ ਕਿਣਕਾ ਦੇਖ ਕੇ ਨਾਮ ਜਾਂਦੇ ਸੀ ਨਿਹਾਲ ਕਰੀ ਜਾਂਦੇ ਸੀ ਕਿਣਕਾ ਕਿਣਕਾ ਦੇਖ ਕੇ ਨਾਮ ਦਾ ਜਾਂਦੇ ਸੀ ਨਿਹਾਲ ਕਰੀ ਜਾਂਦੇ ਸੀ ਕਿਣਕਾ ਕਿਣਕਾ ਦੇ ਕੇ ਨਾਮ ਦਾ ਜਿੱਥੇ ਜਾਂਦੇ ਸੀ ਨਿਹਾਲ ਕਰੀ ਜਾਂਦੇ ਸੀ ਕਿਣਕਾ ਕਿਣਕਾ ਦੇ ਕੇ ਨਾਮ ਦਾ ਜਿੱਥੇ ਜਾਂਦੇ ਸੀ ਨਿਹਾਲ ਕਰੀ ਜਾਂਦੇ ਸੀ ਕਿਣਕਾ ਕਿਣਕਾ ਦੇ ਕੇ ਨਾਮ ਦਾ ਜਿੱਥੇ ਜਾਂਦੇ ਸੀ ਨਿਹਾਲ ਕਰੀ ਜਾਂਦੇ ਸੀ ਕਿਣਕਾ ਕਿਣਕਾ ਦੇ ਕੇ ਨਾਮ ਦਾ ਮੇਰੇ ਪਿਆਰੇ ਕਿਣਕਾ ਕਿਣਕਾ ਦੇਖ ਕੇ ਨਾਮ ਦਾ ਜੀਵਾ ਬਾਬਾ ਕਿਣਕਾ ਕਿਣਕਾ ਦੇਖ ਕੇ ਨਾਮ ਦਾ ਕਿਣਕਾ ਕਿਣਕਾ ਦੇ ਕੇ ਨਾਮ ਦਾ ਮੇਰੇ ਪਿਆਰੇ ਕਿਣਕਾ ਕਿਣਕਾ ਦੇ ਕੇ ਨਾਮ ਦਾ ਮੇਰੇ ਪਿਆਰੇ ਕਿਣਕਾ ਕਿਣਕਾ ਦੇ ਕੇ ਨਾਮ ਦਾ ਮੇਰੇ ਪਿਆਰੇ ਕਿਣਕਾ ਕਿਣਕਾ ਦੇ ਕੇ ਨਾਮ ਦਾ ਬਾਬਾ ਕਿਣਕਾ ਕਿਣਕਾ ਦੇਖ ਕੇ ਨਾਮ ਦਾ ਜੀਵਾ ਬਾਬਾ ਕਿਣਕਾ ਕਿਣਕਾ ਦੇਖ ਕੇ ਨਾਮ ਦਾ ਬਾਬਾ ਕਿਣਕਾ ਕਿਣਕਾ ਦੇ ਕੇ ਨਾਮ ਦਾ ਬਾਬਾ ਕਿਣਕਾ ਕਿਣਕਾ ਦੇ ਕੇ ਨਾਮ ਦਾ ਮੇਰੇ ਪਿਆਰੇ ਕਿਣਕਾ ਕਿਣਕਾ ਦੇ ਕੇ ਨਾਮ ਦਾ ਬਾਬਾ ਜੀ ਕਿਣਕਾ ਕਿਣਕਾ ਦੇ ਕੇ ਨਾਮ ਦਾ ਜਾਂਦੇ ਨਿਹਾਲ ਕਰੀ ਜਾਂਦੇ ਸੀ ਨਿਹਾਲ ਕਰੀ ਜਾਂਦੇ ਸੀ ਕਿਣਕਾ ਕਿਣਕਾ ਦੇਖ ਕੇ ਨਾਮ
ਸੰਗਤੀ ਨਿਹਾਲ ਕਰੀ ਜਾਂਦੇ ਸੀ ਕਿਣਕਾ ਕਰਕੇ ਨਾਮ ਦਾ ਜਿੱਥੇ ਜਾਂਦੇ ਸੀ ਨਿਹਾਲ ਕਰੀ ਜਾਂਦੇ ਸੀ ਕਿਣਕਾ ਕਿਣਕਾ ਦੇ ਕੇ ਨਾਮ ਦਾ ਜਾਂਦੇ ਸੀ ਨਿਹਾਲ ਕਰੀ ਜਾਂਦੇ ਸੀ ਕਿਣਕਾ ਕਿਣਕਾ ਦੇ ਕੇ ਨਾਮ ਦਾ ਜਾਂਦੇ ਸੀ ਨਿਹਾਲ ਕਰੀ ਜਾਂਦੇ ਸੀ ਕਿਣਕਾ ਕਿਣਕਾ ਦੇ ਕੇ ਨਾਮ ਦਾ ਜਿੱਥੇ ਜਾਂਦੇ ਸੀ ਨਿਹਾਲ ਕਰੀ ਜਾਂਦੇ ਸੀ ਕਿਣਕਾ ਕਿਣਕਾ ਦੇ ਕੇ ਨਾਮ ਦਾ ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਉੱਚੀ ਸੁੱਚੀ ਤੇ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲਿਆਂ ਕਰਨ ਵਾਸਤੇ ਮਾਈ ਔਰ ਭਾਈ ਸਾਰੇ ਹੀ ਪ੍ਰੇਮੀ ਜਨ ਦੂਰੋਂ ਨੇੜਿਓਂ ਆਪੋ ਆਪਣੇ ਦੁਨਿਆਵੀ ਧੰਦੇ ਧੰਦਾਰਾਂ ਤੋਂ ਛੁਟਕਾਰਾ ਪਾ ਕਰਕੇ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪੁੱਜ ਕੇ ਜਿੱਥੇ ਆਪ ਆਪਣੀ ਜ਼ਿੰਦਗੀ ਦੇ ਅਮੋਲਕ ਸਮੇਂ ਨੂੰ ਗੁਰੂ ਚਰਨਾਂ ਵਿੱਚ ਲਗਾ ਕੇ ਸਫਲਿਆਂ ਕਰਨ ਦੀ ਖੇਚਲਾ ਜਾਨੀ ਕਿਰਪਾਲਤਾ ਕਰ ਰਿਹਾ, ਉੱਥੇ ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲੇ ਉਹਨਾਂ ਦੀ ਪਾਵਨ ਪਵਿੱਤਰ ਯਾਦ ਦੇ ਸੰਬੰਧ ਵਿੱਚ ਬਰਸੀ ਦੇ ਰੂਪ ਵਿੱਚ ਸ਼ਰਧਾਂਜਲੀਆਂ ਭੇਟ ਕਰਨ ਵਾਸਤੇ ਆਏ ਆ। ਸੰਤ ਜੀ ਮਹਾਰਾਜ ਨੇ ਅੱਧੀ ਸਦੀ ਜਾਨੀ ਜ਼ਿੰਦਗੀ ਦੇ 50 ਵਰੇ ਗੁਰਮਤ ਦਾ ਪ੍ਰਚਾਰ ਕਰਕੇ ਬਾਣੀ ਦਾ ਪ੍ਰਚਾਰ ਕਰਕੇ ਲੱਖਾਂ ਜੀਵਾਂ ਨੂੰ ਮਨਮਤ ਦੇ ਰਾਹ ਤੋਂ ਰੋਕ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਲਾਇਆ। ਜ਼ਿੰਦਗੀ ਦੇ ਥੋੜੇ ਹੀ ਪਲਾਂ ਵਿੱਚ ਥੋੜੇ ਹੀ ਸਮੇਂ ਵਿੱਚ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਰਹਿ ਕੇ ਬੜਾ ਆਨੰਦ ਮਾਣਨ ਦਾ ਮੌਕਾ ਮਿਲਿਆ। ਇੱਕ ਪਿਆਰ ਦੀ ਮੂਰਤ ਸੀ, ਉਹ ਇਹੋ ਜਿਹਾ ਸਰੂਪ ਸੀ ਜਿਹੜਾ ਸਾਰਿਆਂ ਦੇ ਮਨਾਂ ਨੂੰ ਮੋਹ ਲੈਂਦਾ ਸੀ। ਮਹਾਰਾਜ ਦੇ ਚਰਨਾਂ ਵਿੱਚ ਜਿਹੜਾ ਵੀ ਆਉਂਦਾ ਸੀ ਜਾਂ ਤਾਂ ਸੰਤ ਮਹਾਰਾਜ ਦਾ ਬਣ ਕੇ ਤੁਰ ਜਾਂਦਾ ਜਾਂ ਸੰਤ ਮਹਾਰਾਜ ਨੂੰ ਆਪਣਾ ਬਣਾ ਕੇ ਚਲਾ ਜਾਂਦਾ। ਉਹਨਾਂ ਦਾ ਇੱਕ ਇੱਕ ਬੋਲ ਤਪਦੇ ਹਿਰਦਿਆਂ ਨੂੰ ਠਾਰ ਜਾਂਦਾ ਸੀ। ਉਹਨਾਂ ਦੇ ਬਚਨ ਦੀ ਜਿਨ੍ਹਾਂ ਨੇ ਕਮਾਈ ਕੀਤੀ ਉਹਨਾਂ ਦਾ ਜੀਵਨ ਪਲਟਾ ਖਾ ਗਿਆ। ਉਹ ਜਿੱਥੇ ਵੀ ਗਏ, ਇੱਕ ਵਾਰੀ ਕਲਕੱਤੇ ਗਏ, ਬਸ ਉਹਨਾਂ ਦੀ ਜ਼ਿੰਦਗੀ ਦੀਆਂ ਦੋ ਗੱਲਾਂ ਹਮੇਸ਼ਾ ਹੀ ਇੱਕ ਸੇਵਾ ਤੇ ਸਿਮਰਨ ਮਹਾਂਪੁਰਖ ਜ਼ਿਆਦਾ ਜ਼ਿਕਰ ਕਰਿਆ ਕਰਦੇ ਸਨ। ਕਲਕੱਤੇ ਗਏ, 15 ਦਿਨ ਦੇ ਦੀਵਾਨ ਸਨ, 7 ਦਿਨ ਕੀਰਤਨ ਕੀਤਾ। ਮਹਾਂਪੁਰਸ਼ ਕਹਿੰਦੇ ਭਾਈ ਅਗਲੇ ਪ੍ਰੋਗਰਾਮ ਨੂੰ ਕੈਂਸਲ ਕਰ ਦਿਓ। ਸੰਗਤਾਂ ਨੇ ਆਖਿਆ ਬਾਬਾ ਜੀ ਉਹ ਕਿਉਂ? ਕਹਿੰਦੇ ਸਾਡਾ ਸੌਦਾ ਨਹੀਂ ਵਿਕਦਾ। ਬਾਬਾ ਜੀ ਨੂੰ ਬੇਨਤੀ ਕੀਤੀ ਜੀ ਤੁਹਾਡਾ ਸੌਦਾ ਕੀ ਆ? ਸੰਤ ਕਹਿੰਦੇ ਸਾਡਾ ਸੌਦਾ ਕੋਈ ਅੰਮ੍ਰਿਤ ਛਕੇ, ਕੋਈ ਗੁਰੂ ਵਾਲਾ ਬਣੇ, ਕੋਈ ਨਸ਼ਿਆਂ ਦਾ ਪ੍ਰਤਿਆਗ ਕਰੇ। ਸੰਗਤਾਂ ਨੇ ਬੇਨਤੀ ਕੀਤੀ ਬਾਬਾ ਜੀ ਇੱਥੇ ਇੱਕ ਬਹੁਤ ਵੱਡਾ ਟਰਾਂਸਪੋਰਟਰ ਹੈ, ਜਿਹਦੇ ਘੱਟੋ ਘੱਟ ਵੀ ਪਤਾ ਨਹੀਂ ਕਿੰਨੇ ਕੁ ਟਰੱਕ ਨੇ। ਜੇਕਰ ਤੁਸੀਂ ਉਸ ਟਰੱਕਾਂ ਵਾਲੇ ਨੂੰ, ਉਸ ਟਰਾਂਸਪੋਰਟਰ ਨੂੰ ਤੁਸੀਂ ਜੇ ਅੰਮ੍ਰਿਤ ਛਕਾ ਲਵੋ ਜਾਂ ਅੰਮ੍ਰਿਤ ਛਕਾ ਦਿਓ, ਸਾਡਾ ਸਾਰਾ ਕਲਕੱਤਾ ਹੀ ਅੰਮ੍ਰਿਤ ਛਕ ਜੂਗਾ।
ਬਾਬਾ ਜੀ ਲੱਗੇ ਕਣ ਬੁਲਾਓ ਉਹਨੂੰ। ਜਦੋਂ ਬੁਲਾਇਆ ਗਿਆ ਗੁਰੂ ਕੀ ਸੰਗਤ, ਉਹਨੇ ਮਹਾਰਾਜ ਦੇ ਚਰਨਾਂ ਨੂੰ ਨਮਸਕਾਰ ਕੀਤੀ, ਦੋਵੇਂ ਹੱਥ ਜੋੜ ਕੇ ਖੜਾ ਹੋ ਗਿਆ। ਕਹਿਣ ਲੱਗਾ ਬਾਬਾ ਜੀ ਕੋਈ ਸੇਵਾ ਦੱਸੋ। ਉਹ ਮਨ ਬਣਾ ਕੇ ਤੁਰਿਆ ਵੀ ਜੇ ਸੰਤਾਂ ਨੇ 50,000 ਰੁਪਈਆ ਮੰਗਿਆ ਦੇ ਦੂੰਗਾ। ਸੰਤ ਲੱਗੇ ਕਹਿਣ ਭਾਈ ਕੋਈ ਸੇਵਾ ਲੈਣੀ ਤੈਥੋਂ। ਕਹਿਣ ਲੱਗਾ ਬਾਬਾ ਜੀ ਹੁਕਮ ਕਰੋ। ਫਿਰ ਸੰਤਾਂ ਆਖਿਆ ਵੀ ਕੋਈ ਤੈਥੋਂ ਸੇਵਾ ਲੈਣੀ ਆ। ਉਹਨੇ ਮਨ ਸੋਚਿਆ ਲੱਖ ਰੁਪਈਆ ਮੰਗ ਲੈਣਗੇ ਦੇ ਦਿਆਂਗੇ। ਫਿਰ ਸੰਤ ਮਾਰ ਨੇ ਆਖਿਆ ਤੈਥੋਂ ਕੋਈ ਸੇਵਾ ਲੈਣੀ, ਵੱਡੀ ਸੇਵਾ ਲੈਣੀ ਹੈ, ਮਾਫ ਕਰਨਾ। ਉਹ ਕਹਿਣ ਲੱਗਾ ਬਾਬਾ ਜੀ ਤੁਸੀਂ ਹੁਕਮ ਕਰੋ। ਸੰਤ ਕਹਿੰਦੇ ਤੂੰ ਮਨ 'ਚ ਗਿਣਤੀ ਮਿੰਤੀ ਕਰੀ ਜਾਂਦਾ ਵੀ 50,000 ਮੰਗ ਲੈਣਗੇ ਦੇ ਦੂੰਗਾ, ਲੱਖ ਮੰਗ ਲੈਣਗੇ ਦੇ ਦੂੰਗਾ, 2,000 ਮੰਗ ਲੈਣਗੇ ਦੇ ਦੂੰਗਾ। ਸੰਤ ਲੱਗੇ ਕਹਿਣ ਮਾਇਆ ਮੂਆ ਤਾਂ ਚਾਹੀਦੀ ਨਹੀਂ। ਕਹਿੰਦਾ ਕਿ ਜੇ ਸੇਵਾ ਕਰਨੀ ਤੇ ਮਾਰਸ਼ਲ ਛੱਡ ਕੇ ਅੰਮ੍ਰਿਤ ਛਕ ਲਾ। ਉਹਦੇ ਮਨ ਤੇ ਹੋ ਜਾ ਜੀ ਚੋਟ ਵੱਜੀ। ਕਲਕੱਤੇ ਦੇ ਵਿੱਚ ਬੜੇ ਬੜੇ ਸਾਧੂ ਆਉਂਦੇ ਨੇ, ਮਾਇਆ ਇਕੱਠੀ ਕਰਕੇ ਤੁਰ ਪੈਂਦੇ ਨੇ। ਗੁਰੂ ਕਿਸੇ ਸੰਤ ਮਾਰ ਦੇ ਚਰਨਾਂ ਤੇ ਟਹਿ ਪਿਆ। ਆਖਿਆ ਸਤ ਬਚਨ ਬਾਬਾ ਜੀ ਕਰੋ ਕਿਰਪਾ। ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਗਿਆ, ਜੀਵਨ ਬਦਲ ਗਿਆ। ਕਿੰਨਾ ਕਿੰਨਾ ਦਾ ਜ਼ਿਕਰ ਕਰੀਏ। ਸਭ ਤੋਂ ਜ਼ਿਆਦਾ ਸੰਤ ਮਹਾਰਾਜ ਗਰੀਬਾਂ ਤੇ ਖੁਸ਼ ਸਨ। ਗਰੀਬਾਂ ਤੇ ਇਹ ਮੇਰੇ ਅੱਖੀ ਵੇਖੀਆਂ ਗੱਲਾਂ ਨੇ ਜੋ ਮੈਂ 3.5 ਪੌਣੇ 4 ਸਾਲ ਦੇ ਸਮੇਂ 'ਚ ਦੇਖੀਆਂ। ਅਕਸਰ ਕਿਆ ਕਰਦੇ ਸਨ, ਸੇਵਾ ਵਾਲਿਆਂ ਤੇ ਬੜੇ ਖੁਸ਼ ਹੁੰਦੇ ਸਨ। ਇੱਕ ਮਾਈ ਕੋਈ 60 ਸਾਲ ਦੀ ਉਮਰ ਸੰਤ ਮਾਰ ਦੇ ਚਰਨਾਂ 'ਚ ਆਈ। ਕਹਿਣ ਲੱਗੀ ਬਾਬਾ ਜੀ ਕੋਈ ਕਿਰਪਾ ਕਰੋ। ਸੰਤ ਮਾਰ ਕਹਿੰਦੇ ਮਾਤਾ ਲੰਗਰ ਦੇ ਭਾਂਡੇ ਮਾਂਜਿਆ ਕਰ, ਤੇਰਾ ਜਨਮ ਸਫਲਾ ਹੋ ਜਾਊਗਾ। ਆਪਾਂ ਸੁਣ ਕੇ ਉੱਥੇ ਬਚਨ ਛੱਡ ਜਾਂਦੇ ਆ। ਕਿਆ ਗੁਰੂ ਕੀ ਸੰਗਤ ਆਖਿਆ 7 ਬਚਨ। ਨੰਗੇ ਪੈਰੀ ਆਉਂਦੀ, ਸਾਰਾ ਦਿਨ ਸੇਵਾ ਕਰਦੀ, ਸੰਤੋ ਸਾਗਰ ਪਾਰ ਉਤਰੀ ਹੈ। ਜੇ ਕੋਈ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀ ਹੈ। ਸਾਰਾ ਦਿਨ ਸੇਵਾ ਕਰਦੀ, ਸ਼ਾਮ ਦੇ ਸਮੇਂ ਵਾਪਸ ਮੁੜਦੀ। 80 ਵਰ੍ਹੇ ਦੀ ਉਮਰ ਹੋ ਗਈ, 20 ਸਾਲ ਸੇਵਾ ਕਰਦਿਆਂ ਬੀਤ ਗਏ। ਅੱਜ ਮਾਈ ਤੁਰਿਆ ਨਹੀਂ ਜਾਂਦਾ, ਸੰਗਤ ਦੇ ਵਿੱਚ ਬਚਨ ਕਰ ਰਹੀ ਆ। ਗੱਲਾਂ ਚੱਲ ਪਈਆਂ, ਮਾਈ ਸੰਗਤ ਵਿੱਚ ਬੈਠੀ ਭਾਂਡੇ ਮਾਂਜ ਰਹੀ ਸੰਗਤ ਦੇ ਨਾਲ। ਨਾਲੇ ਕਹਿੰਦੀ ਕੀ ਕਰਾਂ, ਤੁਰਿਆ ਨਹੀਂ ਜਾਂਦਾ। ਸੰਤ ਕਹਿੰਦੇ ਜੀ ਸੇਵਾ ਕਰਿਆ ਕਰ, ਤੇਰਾ ਭਲਾ ਹੋ ਜਾਊਗਾ। ਮਹਾਂਪੁਰਖਾਂ ਦੀ ਕੁਰਸੀ ਲੱਗੀ ਆ। ਗੁਰੂ ਕੀ ਸੰਗਤ ਛੜੀ ਫੜੀ ਤੇ ਤੁਰ ਪੈ। ਪੁੱਜੇ ਲੰਗਰ ਦੇ ਵਿੱਚ ਮਾਈ ਦੇ ਸਿਰ ਤੇ ਛੜੀ ਦਾ ਠੋਲਾ ਮਾਰਦੇ। ਕਹਿਣ ਲੱਗੇ ਮਾਤਾ ਹੁਣ ਤਾਂ ਤੁਰਿਆ ਵੀ ਨਹੀਂ ਜਾਂਦਾ, ਹੁਣ ਤਾਂ ਗੋਡੇ ਵੀ ਦੁਖਦੇ ਨੇ। ਸੰਤ ਲੱਗੇ ਕਹਿਣ ਮਾਤਾ ਤੇਰੀ 20 ਵਰ੍ਹੇ ਦੀ ਤਪੱਸਿਆ, ਗੁਰੂ ਘਰ ਵਿੱਚ ਸਭ ਤੋਂ ਵੱਡੀ ਤਪੱਸਿਆ ਸੇਵਾ ਹੈ। ਗੁਰ ਸੇਵਾ ਤਪਾਂ ਸਿਰ ਤਪਸਾਰ। ਸਾਰੇ ਪੜੋ ਗੁਰ ਸੇਵਾ ਤਪਾਂ ਸਿਰ ਤਪਸਾਰ। ਮਹਾਰਾਜ ਲੱਗੇ ਕਹਿਣ ਮਾਤਾ ਤੇਰੀ ਤਪੱਸਿਆ ਇੰਨੀ ਹੋ ਗਈ, ਤੇਰੀ 20 ਸਾਲ ਦੀ ਸੇਵਾ ਜਿੰਨੀ ਤਪੱਸਿਆ ਕਰਕੇ ਕਿਸੇ ਚੱਕਰਵਰਤੀ ਰਾਜੇ ਨੂੰ ਰਾਜ ਮਿਲਦਾ। ਆਖਿਆ ਮਾਤਾ ਦਾ ਅਗਲੇ ਜਨਮ 'ਚ ਰਾਜ ਮੰਗ ਲਾ, ਜਾਂ ਤੇਰੀ ਤਪੱਸਿਆ ਇੰਨੀ ਹੋ ਚੁੱਕੀ ਆ, ਜਾਂ ਮੁਕਤੀ ਮੰਗ ਲਾ। ਮਾਈ ਦੇ ਕਰਮ ਚੰਗੇ, ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਬਾਬਾ ਜੀ ਮੁਕਤੀ ਦਾ ਦਾਣੀ ਬਖਸ਼ੋ, ਮੈਂ ਰਾਜ ਕੀ ਕਰਨੇ ਹਨ। ਆਖਿਆ ਮਾਤਾ ਅੱਜ ਤੂੰ 7ਵੇਂ ਨੂੰ ਤੂੰ ਅਕਾਲ ਚਲਾਣਾ ਕਰ ਜਾਣਾ ਹੈ। ਇਸੇ ਤਰ੍ਹਾਂ ਹੀ ਹੋਇਆ, ਕਿੰਨਿਆਂ ਕਿੰਨਿਆਂ ਦੇ ਜੀਵਨ ਬਦਲੇ। ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਸ ਪਿੰਡ ਦਾ। ਸੰਤ ਮਾਰ ਦੇ ਦੀਵਾਨ ਚੱਲ ਰਿਹਾ ਸੁਣ। ਇੱਕ ਮਾਇਆ ਧਾਰੀ ਬੰਦਾ ਸ਼ਰਾਬ ਪੀਤੀ ਤੇ ਮਹਾਂਪੁਰਖਾਂ ਦੇ ਦੀਵਾਨਾਂ ਦੇ ਵਿੱਚ ਆ ਗਿਆ। ਗੁਰੂ ਕੀ ਸੰਗਤ ਆ ਕੇ ਸ਼ੋਰ ਮਚਾਉਂਦਾ, ਰੌਲਾ ਪਾਉਂਦਾ। ਪਿੰਡ ਦਾ ਨੰਬਰਦਾਰ ਚੌਧਰੀ ਸੀ।
बस महापुरख पहले दिन चुप रहा, दूजे दिन महापुरखा ने आखिया गुरु ये फिर आया, संत महाराज कहते इनू कोई रोको, इनू रोको, तगड़े ते माड़े बंदे तू सारे लोग डरिया करते, कहते इनू रोको। मुकदी गल की गुरु की संगत हुण रोके किहड़ा? एक बारी कहा, दो बारी कहा, जदों तीजी बारी कहा कोई ना बोलिया, फिर संत कहते मैं रोक दिया, संत कहते मैं रोक दिया, कहते लो फिर कल नूं नहीं आउंदा। समा बीतण दे नाल पहिलां बलदां दे नाल कलाड़ियां चलाइयां जांदियां, जिन्हां नूं वेलणे भी कह दिंदे आ। घर गया शाम का समा, नौकर की चाह लैके गया, अगे इंजन चल रहा सी, इंजन दे नाल कलाड़ी चल रही सी, शराब पीती सी। नौकर नूं कहंदा चाह तू पीला, गन्ने मैं ला देना। ਇਹਦੇ बाल फस गया कलाड़ी दे विच, आ गन्नियां दे वांगू पीड़िया गया। खालसा जी महापुरख राड़े वाले की सुनाइए उन्हां दीयां सिफतां, की तुहानूं दसीए। खालसा जी इत्थों ही अंदाजा लाया जा सकता। कहा सी मानसिया मुकना नहीं, दुनिया के खजाने मुक सकते हैं, पर गुरु नानक दे 20 रुपइयां दा ब्याज नहीं मुकना। खालसा जी एक बारी बैठे सुन मौज विच, कह लगे संगत विच वचन कर रहा सी, कहंदे निरंकार तू परमेश्वर तू आ दो मुठियां बख्शिश दियां बंद करके भर के लैके आए सा, ऐ दस रहे सन। कहंदे सज्जी मुट्ठी थोड़ी जी खोली, ऐ करके कहंदे थोड़ी जी मामूली जी खोली आ। कहंदे सज्जी नूं तां खोल के वेखिया ही नहीं, कहंदे खब्बी नूं तां खोल के वेखिया ही नहीं, सज्जी मुट्ठी नहीं मुक्की। कहंदे सारी जिंदगी बचन करते करते महापुरख राड़े वाले इहो जिहे बचन ने सज्जणों, जे विचार कर लगीए। पुराने बजुर्ग दसदे ने 9 माघ का मेला सी, बरसी सी संत बाबा अतर सिंह रेरू साहब वालियां दी। लंगर दे विच गुरु की संगत घ्यो चाले पा गया। संत मार बाबा किशन सिंह जी लगे कहण, आके लगे कहण जी लंगर दे विच घ्यो चाले पा गया। संत मार कहंदे किशन सिंह आ नहर वगदी आ राड़ा साहब दे अगे, ख्वाजे खिदर दे पासों उधार लै लो, उधार लै लो। सारे वेखण वाले हैरान सन, बाबा जी दरिया विचों घ्यो किवें निकलेगा? संत कहंदे ने कुंडे सट्टो रस्से न बन के, 80 पीपे टीन दे घ्यो दे कढे गए। 6 महीने गुजर गए, रद्दियां सद्दियां करामातां बख्शिशां, करामातां उन्हां दा पानी भरदियां सन। ख्यार गुरु की संगत 6 महीने के बाद संत मार लंगर वालियां नूं कहंदे भाई वो ख्वाजे खिदर आया सी राती, उहदे कोलों घ्यो लिया सी, उहदा जिहदे कोलों चीज़ उधार लई होवे उहदी वस्तु साफ करनी चाहिदी आ, माफ करन वापस करनी चाहिदी आ। 80 पीपे घ्यो दे भर के उस दरिया दे विच मुड़ के सट्टणे। गुरु की संगत इंग्लैंड दीयां संगतां बैठियां ने। खालसा जी साउथ आ लंडन दे विच महापुरख गए, संत बाबा ईश्वर सराड़े वाले। ये पहली बार दा जाना सी। गुरु की संगत लखां पाउंड छड्ड के, लखां पाउंड उत्थे दीवान दे विच इकट्ठे होए। उत्थे दीयां संगतां ने इकट्ठे करके अज मैं असीं भी वादे नाल कह सकदे हां, ਇਹ संत बाबा ईश्वर सिंह दा कूकर इंग्लैंड अमरीका ते कनेडा च ऐसा कोई गुरुद्वारा नहीं जिथे शरीर पैसे छड्ड के नहीं आया। खालसा जी महापुरख राड़े वाले उन्हां दीयां बख्शिशां कहंदे पैसे इकट्ठे करके दे दिते। कमेटी वाले ने आख्या जी माया दीवानां दी इकट्ठी होई आ। संत कहंदे काहदे लई? कहंदे पंजाब लै जिओ, पंजाब काहदे वास्ते? कहंदे लंगरां च वरत लिओ। संत महाराज कहंदे गुरु नानक दे लंगर इंग्लैंड दी माया नाल चलदे ने, गुरु नानक दे लंगर इंग्लैंड दी माया नाल चलदे ने, इत्थे ही ला दिओ पैसा माफ करना। गुरु की संगत कई बचन तां उन्हां दे इहो जिहे ने। खैर इहो ती मरदान दी
ਭਾਈ ਦਇਆ ਸਿੰਘ ਦੀ ਸੰਪਰਦਾ ਦਾ ਟਿਮ ਟਮਾਉਂਦਾ ਸੂਰਜ 1905 ਦੇ ਵਿੱਚ ਗੁਰੂ ਕੀ ਸੰਤ ਮਹਾਂਪੁਰਖਾਂ ਦਾ ਅਵਤਾਰ ਹੋਇਆ। ਪਾਕਿਸਤਾਨ ਨਹੀਂ ਸੀ ਬਣਿਆ। 47 ਦੇ ਵਿੱਚ ਵੱਡਾ ਗਦਰ ਹੋਇਆ, ਦੇਸ਼ ਦੀ ਵੰਡ ਹੋ ਗਈ। ਇਹ ਤੋਂ ਪਹਿਲਾਂ 1940 ਵਿੱਚ ਮਹਾਂਪੁਰਖ ਲਾਹੌਰ ਗਏ, ਕਿਸੇ ਮੁਸਲਮਾਨ ਫਕੀਰ ਦੀ ਕਬਰ ਬਣੀ ਆ। ਉਸ ਫਕੀਰ ਨੇ ਸਰੀਰ ਦਾ ਤਿਆਗ ਕਰਨ ਸਮੇਂ ਆਪਣੇ ਮਰੀਦਾਂ ਨੂੰ ਆਖਿਆ, ਮੇਰੀ ਕਬਰ ਦੇ ਉੱਤੇ ਲਿਖ ਦਿਓ, ਐ ਜਾने वाले मुसाफिर, ऐ जाने वाले खुदाई, रब के बंदे, ऐ जाने वाले खुदा के फकीर, मुझे इस कब्र की कैद से बरी करवा के जाना। ओ निधनी संत महाराज गुरु के संत जाता साइकिल ते जाते सी या घोड़ी ते जाते सी, घोड़े ते जाते सी। पहलियां दियां गल्लां ने। महापुरखां दा जाना, लाहौर नूं जाना, झक्खड़ झाड़ियां दे विच कबर है, एक हैंड पंप लगा, महापुरख अगे पते अपने चरण जल नाल धोते, हथ धोते, 5 इशनाना करन तो बाद संतां दी नजर उस कबर ते पई, जल दे छिट्टे लैके मार करना गुरु की संगत, मार करना। महात्मा ने इन्ना ही शब्द पढ़िया, गुरु की संगत। इन्नी गल पढ़ी महापुरखा ने, इस तो कुछ नहीं किया। इन्नी गल कही महापुरखा ने, खालसा जी जय मात पिता सतमीत न पाई, मन ऊहा नाम तेरे संग सहाई। कब्र फुट गई, कब्र दे विचों एक रोशनी निकली, मानो उस फकीर दी रूह निकल के सचखंड में चली गई। कलकत्ते आ रहे ने, रस्ते दे विच खैर गुरु की संगत ते बचन सुनाउण लगी है, महाराज दियां बख्शिशां सुनाउण लगी है। लखां लखां दे जीवन बदल जाते सन, जिहदे ते नजर मार दिंदे सन, ओदी माफ करना गुरु की संगत जिंदगी बदल जाती सी। मेरियां अखी देखियां कई गल्लां ने। खालसा जी इंग्लैंड गए, एक माई कहते ने संत महाराज दे चरणों च पुजी, रोन लग गई। महापुरखा आख्या माता रोंदी क्यों है? आख्या मार मेरे घर वाला सच्चा सी, मेरे घर वाला सच्चा सी, दूजे पासे बंदे झूठे सन। मार करना उन्हां दा बंदा किसे उन्हां बंदियां ने मेरे घर वाले ते झूठा केस बना दिता, मेरे घर वाला फांसी ते लग गया। संत महाराज इन्नी गल कही, कहते इन्हां कंट्री इंडिया तो भावें रिश्वतां चल जांदियां ने, पर इन्हां कंट्रियां दे तां असूल ही कानून ही बड़े सख्त ने। महापुरखा आख्या जा बीबी अपील कर दे, फाहे लग जूगा खालसा जी। दूजे दिन कोर्ट दे विच पुजना, अपील करनी, जज दा देखना, पढ़ना, ओहो और तो नजायज फांसी लग गया। मुकदी गल की गुरु की संगत, जिन्हें फांसी लवाया सी वह बंदे फांसी लग गया। अंग्रेज का राज सी, बठिंडे की धरती दे रहने वाला करोड़ापति बंदा। मार करना 2 बंदियां नूं उम्र भर की कैद हो गई, एक नूं सजाए फांसी दी सजा सुना दी गई। अज सिंह साहब बोल के गए ने कुर्बानी ते, जरा ध्यान देना पवेगा। वो बड़िया बड़िया थावां ते गया, जदों बड़िया बड़िया थावां ते गया, मुकदी गल किसी ने आख्या राड़ा साहब चला जा, घर महापुरखा नूं जाके नमस्कार की, चरण फड़ लै। चलता फिरदा बंदा सी, इहदे वारसां ने आख्या जी फांसी तो पहला इहनूं पेश कर दिता जाएगा, वैसे जिन्हों फांसी की सजा सुना दी जाए उन्होंने कैद ही रखते हैं। महापुरखों के चरणों में गया, चरण फड़ लै, ऊंची च रोना शुरू कर दिता। संत मारे कहते की गल है भाई? कहने लगा मार फांसी की सजा मिल गई। संत कहते एक संपड़ पाठ करना पऊगा, खर्च तेरा, पाठी साडे होणगे, माफ करना तेनों 7 दिन जाग के रहना पऊगा, 7 दिन जाग के रहना पऊगा। आख्या 7 वचन महाराज मैं जाग लूंगा,
ਬਾਬਾ ਜੀ ਕਹਿੰਦੇ ਗੁਰੂ ਸਾਹਿਬ ਵਾਲੇ ਕਮਰੇ 'ਚ ਕੋਈ ਬੰਦਾ ਨਹੀਂ ਆਉਣਾ ਚਾਹੀਦਾ। ਬਾਬਾ ਜੀ ਨਹੀਂ ਆਊਗਾ। ਮੁੱਖ ਦੀ ਗੱਲ ਕੀ, ਪਾਠ ਦਾ ਆਰੰਭ ਕਰਨਾ। ਸੰਤ ਮਹਾਰਾਜ ਦਾ ਰਾਤ ਦੇ 1 ਵਜੇ ਇਸ਼ਨਾਨ ਕਰਕੇ ਜਿਸ ਕਮਰੇ ਵਿੱਚ ਗੁਰੂ ਸਾਹਿਬ ਪ੍ਰਕਾਸ਼ ਸਨ, ਉਸ ਕਮਰੇ ਦੇ ਦਰਵਾਜ਼ੇ ਅੱਗੇ ਬਹਿ ਜਾਣਾ। ਇਹ ਪ੍ਰੇਮੀ 7 ਦਿਨ ਉਸ ਕਮਰੇ 'ਚ ਖਲੋਤਾ, ਪੈਰਾਂ ਵਿੱਚ ਲੱਤਾਂ 'ਚ ਸੋਜਸ ਆ ਗਈ। 6ਵੀਂ ਰਾਤ ਮਹਾਂਪੁਰਖ ਗੁਰੂ ਕਿਸ਼ਨ 7ਵੇਂ ਦਿਨ ਭੋਗ ਪੈਣੇ ਸਨ। 6ਵੀਂ ਰਾਤ ਇਸ ਪ੍ਰੇਮੀ ਨੂੰ ਨੀਂਦ ਨੇ ਬੜਾ ਜ਼ੋਰ ਪਾਇਆ। ਜਦੋਂ ਨੀਂਦ ਨੇ ਜ਼ੋਰ ਪਾਇਆ, ਮਾਰ ਕਰਨਾ, ਜਦੋਂ ਨੀਂਦ ਨੇ ਬੜਾ ਜ਼ੋਰ ਪਾਇਆ, ਗੁਰੂ ਕੀ ਸੰਗਤ ਕਹਿੰਦੇ ਨੇ ਅੰਦਰ ਇੱਕ ਬੰਦਾ ਚਲਾ ਗਿਆ। ਮਾਰ ਕਰਨਾ, ਉਹ ਲੱਗਾ ਕਹਿਣ ਕੋਈ ਫਾਂਸੀ ਨਹੀਂ, ਕੱਟਤਾ ਦੋਵੇਂ ਬਰੀ, ਫਾਂਸੀ ਕੋਈ ਨਹੀਂ। ਫਾਂਸੀ ਵਾਲਾ ਵੀ ਬਰੀ ਨਹੀਂ। ਇਹਦੀ ਇੱਕਦਮ ਅੱਖ ਖੁੱਲੀ। ਇਹਨੇ ਵੇਖਿਆ ਬੰਦਾ ਕਿਹੜਾ, ਅੰਤਰ ਧਿਆਨ ਹੋ ਗਿਆ। ਇਹਦੀ ਅੱਖ ਲੱਗ ਗਈ। ਪਾਠ ਦੀ ਸਮਾਪਤੀ ਤੋਂ ਬਾਅਦ ਸੰਤ ਮਹਾਰਾਜ ਚਰਨਾਂ 'ਚ ਅਰਦਾਸ ਕੀਤੀ, ਮਹਾਰਾਜ ਬੰਦਾ ਕੋਈ ਇਹੋ ਜਿਹਾ ਅੰਦਰ ਆਇਆ, ਆਪ ਨੇ ਕਿਹਾ ਸੀ ਕਿਸੇ ਨੂੰ ਆਉਣ ਨਹੀਂ ਦੇਣਾ। 3 ਵਾਰੀ ਕਹਿਤਾ, ਕੱਟਤਾ, ਫਾਂਸੀ ਕੋਈ ਨਹੀਂ, ਸਭ ਭਰੀ। ਇਹਨੇ ਆਖਿਆ ਬਾਬਾ ਜੀ ਉਹ ਬੰਦਾ ਪਤਾ ਨਹੀਂ ਕਿਹੜਾ ਆ ਗਿਆ। ਕਹਿੰਦੇ ਨੇ ਜਾ 7ਵੇਂ ਨੂੰ ਜੱਜ ਤੇ ਪੇਸ਼ ਹੋਣਾ, ਫਾਂਸੀ ਲੱਗੇਗਾ ਜਦੋਂ ਤੂੰ। ਇਸ ਗੱਲ ਦਾ ਜਵਾਬ ਤੈਨੂੰ ਜੱਜ ਹੀ ਦੇ ਦੂਗਾ। ਮਾਫ ਕਰਨਾ ਪੁੱਜਣਾ, ਉਹ ਖਾਲਸਾ ਦੀ ਮਾਫ ਕਰਨਾ। ਐਵੇਂ ਨਹੀਂ ਕਿਹਾ ਸੰਤ ਸਰਨ ਜੋ ਜਨ ਪਰੇ, ਸੋ ਜਨ ਉਦਰਨਹਾਰ। ਸੰਤ ਕੀ ਨਿੰਦਾ ਨਾਨਕਾ, ਬੌਰ ਬੌਰ ਅਵਤਾਰ। ਗੁਰੂ ਪਿਆਰਿਓ, ਜਦੋਂ 7ਵੇਂ ਦਿਨ ਗਿਆ, ਜੱਜ ਨੇ ਰੀਡਰ ਨੂੰ ਆਵਾਜ਼ ਦਿੱਤੀ, ਆਪਣੇ ਸਟੈਨੋ ਨੂੰ ਆਵਾਜ਼ ਦਿੱਤੀ, ਦੱਸੋ ਵੀ ਇਹਨਾਂ ਦਾ ਕੀ ਫੈਸਲਾ। ਉਹਨਾਂ ਆਖਿਆ ਮਹਾਰਾਜ, ਉਹ ਕਹਿੰਦਾ ਨੇ ਇਸ ਬੰਦੇ ਨੂੰ ਫਾਂਸੀ ਲਾਉਣਾ ਸੀ। ਆਖਿਆ ਫਾਂਸੀ ਕੋਈ ਨਹੀਂ, ਸਜ਼ਾ ਕੋਈ ਨਹੀਂ, ਤਿੰਨੋਂ ਹੀ ਬਰੀ ਨੇ ਜੀ। ਉਹ ਕਹਿਣ ਲੱਗਾ ਕਿਹਨੇ ਲਿਖਿਆ? ਆਖਿਆ ਜੱਜ ਸਾਹਿਬ ਤੁਹਾਡੀ ਕਲਮ ਦਾ ਲਿਖਿਆ, ਤੁਹਾਡੇ ਹੱਥਾਂ ਦਾ ਲਿਖਿਆ। ਰਾੜਾ ਸਾ ਪੁੱਜਿਆ, ਮਹਾਂਪੁਰਖਾਂ ਦੇ ਚਰਨਾਂ ਤੇ ਸਰ ਰੱਖ ਕੇ ਧਾਂ ਨਿਕਲ ਗਈ। ਬਹੁਤਾ ਸਮਾਂ ਜ਼ਿੰਦਗੀ ਦਾ ਮਹਾਂਪੁਰਖਾਂ ਦੇ ਚਰਨਾਂ ਵਿੱਚ ਲਾ ਗਿਆ। ਕੀ ਸੁਣਾਈਏ, ਗੱਲਾਂ ਕਹਿਣ ਤੋਂ ਬਾਹਰ ਨੇ। ਖਾਲਸਾ ਜੀ ਜੋ ਚਰਨਾਂ ਵਿੱਚ ਆਉਂਦਾ ਸੀ, ਝੋਲੀਆਂ ਭਰ ਕੇ ਜਾਂਦਾ ਸੀ। ਸਮਾਂ ਥੋੜਾ ਹੈ, 50 ਵਰ੍ਹੇ ਗੁਰਮਤਿ ਦਾ ਪ੍ਰਚਾਰ ਕਰਕੇ ਜ਼ਿੰਦਗੀ ਦਾ ਅਖੀਰਲਾ ਵਰ੍ਹਾ 1975, 8 ਮਾਘ, ਜਨਵਰੀ ਦਾ ਮਹੀਨਾ, ਸਰਦੀ ਦੀ ਰੁੱਤ, ਮਹਾਂਪੁਰਖਾਂ ਦਾ ਕਾਲਾ ਚੋਗਾ। ਅੱਜ ਸਟੇਜ ਤੇ ਆਉਣਾ, ਅੱਜ ਸਟੇਜ ਤੇ ਆਉਂਦੇ ਸਾਰ ਮਹਾਂਪੁਰਸ਼ਾਂ ਦੀ ਪਹਿਲੀ ਧਾਰਨਾ ਸੀ। ਪਹਿਲੀ ਧਾਰ ਸ਼ਬਦ ਪੜ੍ਹ ਕੇ ਮਹਾਂਪੁਰਖਾਂ ਨੇ ਆਹ ਧਾਰਨਾ ਪੜ੍ਹੀ, ਖਾਲਸਾ ਜੀ ਧਨ ਜੋਬਨ ਫੁੱਲਾਂ ਦੀਆਂ ਬਾੜੀਆਂ, ਸਦਾ ਨਹੀਂ ਆਬਾਦ ਰਹਿਣੀਆਂ। ਵਾੜੀਆਂ ਸਦਾ ਨਹੀਂ ਆਬਾਦ ਰਹਿਣੀਆਂ। ਜੋਬਨ ਫੁੱਲਾਂ ਦੀਆਂ ਬਾੜੀਆਂ, ਸਦਾ ਨਹੀਂ ਆਬਾਦ ਰਹਿਣੀਆਂ। ਧਨ ਜੋਬਨ ਫੁੱਲਾਂ ਦੀਆਂ ਬਾੜੀਆਂ, ਸਦਾ ਨਹੀਂ ਆਬਾਦ ਰਹਿਣੀਆਂ। ਧਨ ਜੋਬਨ ਫੁੱਲਾਂ ਦੀਆਂ ਬਾੜੀਆਂ, ਸਦਾ ਨਹੀਂ ਆਬਾਦ ਰਹਿਣੀਆਂ। ਧਨ ਜੋਬਨ ਫੁੱਲਾਂ ਦੀਆਂ ਬਾੜੀਆਂ, ਸਦਾ ਨਹੀਂ ਆਬਾਦ ਰਹਿਣੀਆਂ। ਧਨ ਜੋਬਨ ਫੁੱਲਾਂ ਦੀਆਂ ਬਾੜੀਆਂ, ਸਦਾ ਨਹੀਂ ਆਬਾਦ। ਫੁੱਲਾਂ ਦੀਆਂ ਬਾੜੀਆਂ ਸਦਾ ਨਹੀਂ ਆਬਾਦ ਰਹਿਣੀਆਂ। ਧਨ ਜੋਬਨ ਫੁੱਲਾਂ ਦੀਆਂ ਬਾੜੀਆਂ, ਸਦਾ ਨਹੀਂ ਆਬਾਦ
ਗੁਰ ਪਿਆਰੇ ਸਦਨ ਅਪਾਦ ਰਹਿਣੀਆਂ ਜੀ ਬਾਬਾ ਬਾਬਾ ਸਦਾ ਨਹੀਂ ਆਬਾਦ ਰਹਿਣੀਆਂ ਸਦਾ ਨਹੀਂ ਆਬਾਦ ਰਹਿਣੀਆਂ ਮੇਰੇ ਪਿਆਰੇ ਸਦਾ ਨਹੀਂ ਆਬਾਦ ਰਹਿਣੀਆਂ ਸਦਾ ਨਹੀਂ ਆਬਾਦ ਰਹਿਣੀਆਂ ਮੇਰੇ ਪਿਆਰੇ ਸਦਾ ਨਹੀਂ ਆਬਾਦ ਰਹਿਣੀਆਂ ਬਾਬਾ ਬਾਬਾ ਸਦਾ ਨਹੀਂ ਆਬਾਦ ਰਹਿਣੀਆਂ ਜੀ ਬਾਬਾ ਬਾਬਾ ਸਦਾ ਨਹੀਂ ਆਬਾਦ ਰਹਿਣੀਆਂ ਬਾਬਾ ਸਦਾ ਨਹੀਂ ਆਬਾਦ ਰਹਿਣੀਆਂ ਬਾਬਾ ਬਾਬਾ ਸਦਾ ਨਹੀਂ ਆਬਾਦ ਰਹਿਣੀਆਂ ਬਾਬਾ ਸਦਾ ਨਹੀਂ ਆਬਾਦ ਰਹਿਣੀਆਂ ਬਾਬਾ ਬਾਬਾ ਕੋਈ ਸਦਾ ਨਹੀਂ ਆਬਾਦ ਰਹਿਣੀਆਂ ਜੋਬ ਨੂੰ ਫੁੱਲਾਂ ਦੀਆਂ ਵਾੜੀਆਂ ਸਦਾ ਨਹੀਂ ਆਬਾਦ ਰਹਿਣੀਆਂ ਜੀ ਤਨ ਜੋਬ ਨੂੰ ਫੁੱਲਾਂ ਦੀਆਂ ਵਾੜੀਆਂ ਸਦਾ ਨਹੀਂ ਆਬਾਦ ਰਹਿਣੀਆਂ ਧਨ ਜੋਗ ਨਾ ਬੁਲਾ ਦੀਆਂ ਵਾੜੀਆਂ ਸਦਾ ਨਹੀਂ ਆਬਾਦ ਰਹਿਣੀਆਂ ਧਨ ਜੋਗ ਨਾ ਬੁਲਾ ਦੀਆਂ ਵਾੜੀਆਂ ਸਦਾ ਨਹੀਂ ਆਬਾਦ ਰਹਿਣੀਆਂ ਜੋਬਨ ਫੁੱਲਾਂ ਦੀਆਂ ਵਾੜੀਆਂ ਸਦਾ ਨਹੀਂ ਆਬਾਦ ਰਹਿਣੀਆਂ ਧਨ ਜੋਬਨ ਫੁੱਲਾਂ ਦੀਆਂ ਵਾੜੀਆਂ ਸਦਾ ਨਹੀਂ ਆਬਾਦ ਰਹਿਣੀਆਂ ਜੋਗਨ ਅਰ ਫੁੱਲੜਾ ਅੱਠ ਅੜੇ ਦਿਨ ਚਾਰ ਆਪਣ ਘੇਰੇ ਪੱਤ ਉਹ ਟੱਕਰ ਜੁਮਣ ਹਾਰ ਅੱਜ ਕੀਰਤਨ ਦਾ ਬਚਨ ਸੁਣ ਸਾਧ ਸੰਗ ਸਦਾ ਬਚਪਨਾ ਨਹੀਂ ਰਹਿੰਦਾ ਸਦਾ ਜਵਾਨੀ ਨਹੀਂ ਰਹਿੰਦੀ ਇੱਕ ਦਿਨ ਬੁਢਾਪਾ ਤੇ ਬੁਢਾਪੇ ਤੋਂ ਅੱਗੇ ਮੌਤ ਦੇ ਦਰਵਾਜ਼ੇ ਖੁੱਲੇ ਹਨ ਬਚਨ ਕੀਤਾ ਮਹਾਂਪੁਰਖਾਂ ਨੇ ਆਉਂਦੇ ਸਿਆਲ ਦੀਆਂ ਰਜਾਈਆਂ ਦਾ ਨਿੱਘ ਕੋਈ ਮਾਂ ਦਾ ਪੁੱਤ ਬਿਰਲਾ ਹੀ ਮਾਣੂਗਾ 8 ਮਾਘ ਦੀ ਰਾਤ ਦੇ ਬਚਨ 26 ਅਗਸਤ ਨੂੰ ਨਿਰੰਕਾਰ ਦੇ ਦੇਸ਼ ਵਿੱਚ ਜਾਣਾ ਭਾਦੋਂ ਦਾ ਮਹੀਨਾ ਸੀ ਕਿਸੇ ਸਮੇਂ ਦਮਦਮੀ ਟਕਸਾਲ ਦੇ ਮੁਖੀ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਸੰਤ ਮਾਰ ਦੀ ਕੁਰਸੀ ਲੱਗੀ ਆ ਮੇਰਠ ਦੇ ਵਿੱਚ ਇੱਕ ਪ੍ਰੇਮੀ ਨੇ ਅਖਬਾਰ ਮਹਾਂਪੁਰਖਾਂ ਦੇ ਅੱਗੇ ਰੱਖੀ ਜਦੋਂ ਮਹਾਂਪੁਰਖ ਸੰਤ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਸੱਚਖੰਡ ਗਏ ਨੇ ਅਖਬਾਰ ਮਹਾਂਪੁਰਖਾਂ ਦੇ ਅੱਗੇ ਰੱਖੀ ਬਾਬਾ ਜੀ ਇੱਕ ਬੈਡ ਨਿਊਜ਼ ਲੈ ਕੇ ਆਏ ਆ ਇੱਕ ਬੈਡ ਨਿਊਜ਼ ਆਈ ਆ ਆਖਿਆ ਕੀ ਆਖਿਆ ਬਾਬਾ ਜੀ ਦੇਖੋ ਕਾਰ ਸੰਤ ਕਹਿੰਦਾ ਤੂੰ ਪੜ੍ਹ ਕੇ ਸੁਣਾ ਦੇ ਇਹਨੇ ਆਖਿਆ ਬਾਬਾ ਜੀ ਦਮਦਮੀ ਟਕਸਾਲ ਦੇ ਮੁਖੀ ਬ੍ਰਹਮ ਗਿਆਨੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਸੱਚਖੰਡ ਚਲੇ ਗਏ ਨੇ ਪਰ ਬਾਬਾ ਜੀ ਉਹਨਾਂ ਸੱਚਖੰਡ ਜਾਣ ਤੋਂ ਪਹਿਲਾਂ ਰਾਤ ਦੇ ਸਮੇਂ ਕਥਾ ਕੀਤੀ ਆ ਬਾਬਾ ਜੀ ਨੇ ਟੇਬਲ ਸੀ ਪਿਆ ਕੇ ਹੱਥ ਮਾਰਿਆ ਆਖਿਆ ਵਾਹ ਮਰਦਾ ਕਰਕੇ ਦਿਖਾਈ ਆ ਆਖਿਆ ਬਾਬਾ ਜੀ ਤੁਸੀਂ ਟੇਬਲ ਤੇ ਹੱਥ ਮਾਰਿਆ ਤੇ ਇਹ ਬਚਨ ਕੀਤਾ ਵਾਹ ਮਰਦਾ ਕਰਕੇ ਦਿਖਾਈ ਆ ਸੰਤ ਮਾਰ ਲੱਗੇ ਕਣ ਗੁਰੂ ਨਾਨਕ ਦੀ ਸੰਗਤ ਹੈ ਗੁਰੂ ਨਾਨਕ ਦੇ ਘਰ ਵਿੱਚ ਜੇਕਰ ਕੋਈ ਟੋਕਰੀ ਦੀ ਸੇਵਾ ਢੋਂਦਾ ਟੋਕਰੀ ਢੋਂਦਾ ਹੀ ਪ੍ਰਾਣ ਤਿਆਗ ਜੇ ਟੋਕਰੀ ਢੋਂਦਾ ਚਲਾ ਜਾਏ ਜੇ ਗੁਰੂ ਘਰ ਕੋਈ ਝਾੜੂ ਦਿੰਦਾ ਚਲਾ ਜਾਏ ਗੁਰੂ ਘਰ 'ਚ ਕੋਈ ਭਾਂਡੇ ਬਰਤਨ ਮਾਂਜਣ ਦੀ ਸੇਵਾ ਕਰਦਾ ਬਰਤਨ ਮਾਂਜਦਾ ਚਲਾ ਜਾਏ ਗੁਰੂ ਘਰ ਦੇ ਵਿੱਚ ਜਿਹੜੀ ਵੀ ਕੋਈ ਸੇਵਾ ਕਰਦਾ ਜੇ ਉਹ ਸੇਵਾ ਕਥਾ ਕਰਦਾ ਤਾਂ ਕਥਾ ਕਰਦਾ ਚਲਾ ਜਾਵੇ ਸਮਝ ਲਓ ਉਹਦਾ ਜੀਵਨ ਸਫਲ ਹੈ ਮਹਾਂਪੁਰਖ ਰਾੜੇ ਵਾਲੇ ਨੇ ਆਖਿਆ ਉਹ ਸ਼ਰੀਰ ਭਾਵ ਸੰਤ ਗੁਰਬਚਨ ਸਿੰਘ ਉਹ ਸ਼ਰੀਰ ਤਾਂ ਕਥਾ ਕਰਦਾ ਗਿਆ
पर जद आ शरीर जाऊगा कीर्तन करता जाऊगा। पढ़ता ही जद शरीर जाऊगा कीर्तन करता जाऊगा। घड़ियां चलदियां रहिंदियां, घड़ियां दियां सुइयां मिंट बना देंदियां, सकिंटां तू मिंट, मिंटां तू घंटे, घंटियां तू पैर, पैर तू शामां, शामां तू अटपैर बन जाते। वक्त गुजरता जा रहा। महाराज कहते कदे कदे कुर्सी ते बैठे बचन करते, बड़ा समा हो गया अपने घरों आया नू। एक बारी कह दे कहता जिंदगी दे 70 वरे बीत गए। शाम पैंदी आ, पंछी चोगा चुगना बंद कर दिंदा कि मैं सूरज छिपण तू पहला अपने आलने च अपने बच्चों को चलिया जावां। शाम पैंदी चरागाह दे विच पशु घाह चुगना बंद कर देंदे। समय सिर अपने खूंटे दे वापस मुड़ जाइए। संत लगे कहण जिंदगी दे 70 वरे गुजर गए, चित करदा अपने निरंकार दे देश नूं अपने घर नूं चले जाइए। इहो जिहा बचन करदे। पर यह वरा वेखण वाला सी। एक बारी राणा साहब महापुरुष कोई शरीर करके ढिले सन। छोटे महाराज महापुरखों दी रमजां होंदियां ने। सुभाव कोई मजाकी सी, बहुती गल गुरु की संगत हासे च करते सन। महाराज अंदर गए भोरे दे, लखां दा कठ राणा साहब। जदों अंदर गए तो संत महाराज बाबा किशन सिंह महाराज, बाबा ईशत महाराज कहते की गल आ। महापुरख लगे कहण जी कोई सेहत नहीं ठीक, शरीर ढिला। वो संत कहते हो तगड़ा हो, तू जट्टा तू तगड़ा हो। एडा वड्डा टब्बर पिछे ला के हुण अंदर वड़ के बैठे। महापुरखों का बाहर आना, संगत का धक्के ते धक्का पैना। और रमजां दे रमजां सट्टी जाते सन, पर कोई समझ किसी विरले नूं पैंदी सी। धक्के ते धक्का पै रहा सी संगत दा। महापुरख अद्धा घंटा कुर्सी ते बैठ के उठ खलोते हुए कहता इन्हां समयां नूं याद कर करके तुसीं रोया करोगे, रोया करोगे। किते किते बचन करदे असीं ते इस शरीर चों जो कढना सी कढ लिया। साध संगत ये शरीर तुहाडे भले वास्ते है, इस तू फायदा उठा लो। मुख दी गल की जिथे भी दीवान लगते, दीवान सजते पटियाले दे नेड़े शंकरपुर कौली पिंड पैंदा। ये जमींदारां दे पिंड ने, इन्हां दी बड़ी शरधा सी। दीवान तो बाद स्टेज सैकटरी संगतां दा धन्नवाद करदा सी। अज महापुरखों ने आखिया, कीर्तन करते करते आखिया स्टेज सैकटरी नूं कहंदे चल मैं ही धन्नवाद कर देना। कहंदा शंकरपुर कौली वालिओ तुहाडी सेवा गुरु नानक दी दरगाह च मंजूर, तुहाडी सेवा गुरु नानक दी दरगाह च मंजूर। किसी समय थोड़ियां संगतां बैठियां सन, बड़े बड़े बचन दसते ने लोकी। यानी बाली क्या करे, तिस कंत न भावै, करन पलाह करे बो तेरे, सातन महल न पावे। विन कर्मा किछ पाइए नहीं, जे बो तेरा भावे। लोग गल्लां दसदे सुनदे आ। कुर्सी लगी महापुरखों दी, मोह चाहे अर्शी उतार। बाबा जी कहन लगे, कह लगा गुरु नानक दी संगत कुछ मंग लो। एक प्रेमी बोलिया, और जिन्नी की संगत बैठी जी कृपा करो सचखंड नूं चली जाए। संत लगे कहन ए मूर्ख, इन्नी क संगत कहता सचखंड तो वह भी तुर जूगा जिहड़ा दरगाह च साडा नां लै दूगा जाके। सचखंड तो वह भी तुर जूगा जिहड़ा साडा नां लै दूगा जाके। महापुरख राड़े वाले सचमुच
अपनी मिसाल आप सन। अखीरले दिनों में इंग्लैंड दे विच विचरना, कीर्तन घंटा सवा घंटा करना। जथेदार बाबा महेंद्र सिंह ने बेनती की, बाबा जी कीर्तन कोई ज्यादा कर दिया करो, संगतां कहंदियां संगत दा भला हो जाऊगा, कोई कीर्तन ज्यादा कर दिया करो, संगत दा भला कोई की ज्यादा हो जाऊगा। संत मार लगे कण जथेदारा, संगत दा भला कीर्तन नाल ही हो सकदा। कहंदा जथेदारा जे असीं चाहिए एक फुरने दे विच सारी सृष्टि मुक्त कर दी है। खालसा जी धन 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 जन आया, जे प्रशासन जगत राया, जन आमन का यह स्वभाव, जन का संग चित आवे नाल। महापुरख आओ जे बचन करी जाते सन, गुरु के संग समा बीतदा तुरिया जांदा। पटियाले समा थोड़ा है, पटियाले दे दीवान सन, अप्रैल का महीना सी। महापुरखा ने 5 दिन के दीवान, 5 दिनों के दीवाना दे विच खालसा जी माया तो उन्होंने चरणों च रुलती सी। मैं उस पास ते जाना ही नहीं चाहता। खैर गुरु किशन 5वें दीवान दे विच महापुरखा दे आखिरली धारणा सी खालसा जी, पुराना चोला जी दिन थोड़े रह गए, पया पुराना चोला जी दिन थोड़े रह गए, पया पुराना चोला जी दिन थोड़े रह गए, पया पुराना चोला जी दिन थोड़े रह गए, पुराना चोला जी दिन थोड़े रह गए, पुराना चोला जी दिन थोड़े रह गए, पुराना चोला जी दिन थोड़े, पुराना चोला जी दिन थोड़े रह गए, 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 पुराना चोला दिन थोड़े रह गए, पुराना चोला जी दिन थोड़े रह गए, पुराना चोला जी दिन थोड़े रह गए, पुराना चोला जी दिन थोड़े रह गए, थोड़े रह गए, पुराना चोला जी दिन थोड़े रह गए, पंजोपन और फुलड़ा लकड़िए दिन चार लड़के पत जो ढल जुमना रंग मान ले प्यारिया जीवन दौला दिन तोड़ने पया पुराना चोला जड़े राह राही तुर गए ने, एक दिन तू भी तुर जाएगा। राही तुर गए ने, एक दिन तू भी तुर जाएगा। तुर गए ने एक दिन तू भी तुर जाएगा, तुर गए ने एक दिन तू भी तुर जाएगा, जेड़े राही तुर गए ने एक दिन तू भी तुर जाएगा, जेड़े राही तुर गए ने एक दिन तू भी तुर जाएगा, एक दिन तू भी तुर जाएगा प्यारे जी, एक दिन तू भी तुर जाएगा, एक दिन तू भी तुर जाएगा मेरे प्यारे, एक दिन तू भी तुर जाएगा, एक दिन तू भी तुर जाएगा मेरे प्यारे, एक दिन तू भी तुर जाएगा, रंग राही तुर गए, राही
ਜਿਹੜੇ ਰਾਹੇ ਰਾਹੀ ਤੁਰ ਗਏ ਨੇ, ਇੱਕ ਦਿਨ ਤੂੰ ਹੀ ਤੁਰ ਜਾਏਗਾ। ਇਹ ਨੀਨੇ ਨਹੀਂ ਦੇਖਦੀਆਂ ਛੇਤੀ ਚੱਲ ਗਈ ਤਾਂ ਲੋਕਾਂ ਆਪੋ ਆਪਣੀ। ਰੁੱਤਾਂ ਬਦਲ ਰਹੀਆਂ ਨੇ। ਆਹਾ ਸੂਰਜ ਜਦੋਂ ਨਿਕਲਦਾ ਹੈ ਉਹਦੀ ਚਮਕ ਕੁਝ ਹੋਰ ਹੁੰਦੀ ਹੈ, ਜਦੋਂ ਛਿਪਦਾ ਉਹਦੀ ਚਮਕ 'ਚ ਫਰਕ ਪੈ ਜਾਂਦਾ। ਦੁਨੀਆ ਦੇ ਲੋਕੀ ਜਦੋਂ ਕਿਸੇ ਤੋਂ ਉਧਾਰ ਮੰਗਦੇ ਨੇ ਉਦੋਂ ਮੂੰਹ ਹੋਰ ਹੁੰਦਾ, ਜਦੋਂ ਉਧਾਰ ਤੇ ਵਾਪਸ ਮੋੜਿਆ ਜਾਂਦਾ ਮੂੰਹ ਹੋਰ ਹੁੰਦਾ। ਮਹਾਰਾਜ ਲੱਗੇ ਕਹਿਣ, ਜਥੇਦਾਰਾ ਇੱਕ ਦਿਨ ਕਹਿਣ ਲੱਗੇ, ਆਖਿਆ ਸਿੰਘਾ ਜਦੋਂ ਕੋਈ ਕਿਸੇ ਤੋਂ ਵਸਤੂ ਉਧਾਰ ਲੈਂਦਾ ਤੇ ਜਦੋਂ ਵਾਪਸ ਮੋੜਦਾ, ਉਧਾਰ ਲਈ ਵਸਤੂ ਵਾਪਸ ਮੋੜ ਲੱਗਿਆ ਉਹੋ ਜਿਹਾ ਹੀ ਮੂੰਹ ਹੁੰਦਾ ਕਿ ਫਰਕ ਪੈ ਜਾਂਦਾ। ਆਖਿਆ ਬਾਬਾ ਜੀ ਫਰਕ ਪੈ ਜਾਂਦਾ, ਉਧਾਰ ਲੈਣ ਵੇਲੇ ਮੂੰਹ ਹੋਰ ਹੁੰਦਾ, ਦੇਣ ਵੇਲੇ ਹੋਰ ਹੁੰਦਾ। ਕਹਿੰਦੇ ਨੇ ਹੱਸ ਹੱਸ ਕੇ ਪਰਮੇਸ਼ਰ ਤੋਂ ਸਰੀਰ ਲਿਆ ਸੀ, ਇਹਨੂੰ ਹੱਸ ਹੱਸ ਕੇ ਵਾਪਸ ਮੋੜਾਂਗੇ। ਕਰੂ ਤਨੰਤੀ ਸੁਣ ਮਰਨੀ ਤਾਂ ਸੰਤ ਟਾਲ ਕੀ ਦੇਲਾ, ਇਹ ਕਾਟ ਚਲੋ ਹਰ ਰਾਏ ਆਗੇ ਬਤਨ ਤੇਲਾ। ਆ ਤੁੱਤ ਬਲਾਨ ਸਾ ਪਟਿਆਲਾ ਠਹਿਰਨਾ। ਸਮਿਆ ਤੇਰੀ ਮਾਰ ਦੇ ਅੱਗੇ ਕੌਣ ਕੌਣ ਨਹੀਂ ਰੋਇਆ, ਸਮਿਆ ਤੇਰੀ ਮਾਰ ਦੇ ਅੱਗੇ ਕੌਣ ਕੌਣ ਨਹੀਂ ਰੋਇਆ। न किया पर लोभ के फंद, नानक कमियों कम गयो अनचारो बद अंदर। महाराज की कुर्सी लगी है जी, दूजा दिन संत दर्शन करने वास्ते आ रही ने। देखने वाले समझ रहे सन संत इंग्लैंड नूं जा रहे हैं, कोई भागा वाला समझदा सी। जिन तुम भेजे तेने बुलाए सुख सहज देती कर लखां दा इकट्ठ है। संत आश्रम प्रधान साहब आ लगदा किसी पिंड दा नंबरदार जो महापुरुषों का सरनामिया सी, सारी जिंदगी महापुरखों की निंदा करता रहा। रिश्तेदारों ने जोर पाया, भाईचारे के लोगों ने जोर पाया, जथेदारा सारी जिंदगी महापुरखों की निंदा की। जा महापुरखों के चरनी पै जा, तेनू माफ कर देंगे। संत बड़े बराग में शब्द पढ़ते हैं, पहला तो आया नहीं और रिश्तेदारों का भाईचारे के लोगों का प्रेरिया महाराज के चरणों च आया। पहली बार का दर्शन से खालसा जी तुसी पूर्वले जन्म बिन कर्म बिन, तुसी पूर्वले कर्म बिन होए ना संत मिलाप, होए ना संत साधु का मिलाप। पिछले जन्म के चंगे कर्म ना कीते होण ते नहीं हो सकता। महापुरखों के दर्शन करके दी धान निकल गई, बाबा जी के चरण लगा फड़न। महापुरखों ने कहा छड़ी कर दी, आख्या नंबरदारा सारी जिंदगी साड़ी निंदा करके और पाप कट्ठे किए ना साडे चरणों ते ना रख।
ਮਿੱਟੀ ਖੂਹ ਨੂੰ ਤੇ ਨਾ ਲਾ, ਮਹਾਂਪੁਰਖਾਂ ਦੇ ਚਰਨਾਂ 'ਚ ਢਹਿ ਪਿਆ, ਬਖਸ਼ ਲਾ। ਮਹਾਰਾਜ ਕਿਰਪਾ ਕਰੋ, ਮੈਂ ਭੁੱਲ ਗਿਆ। ਬਾਬਾ ਜੀ ਮੈਨੂੰ ਮਾਫੀ ਬਖਸ਼ ਦਿਓ, ਕਿਰਪਾ ਕਰ ਦਿਓ ਮੇਰੇ ਤੇ, ਮੇਰਾ ਭਲਾ ਕਰ ਦਿਓ। ਸੰਤ ਮਾਰਨ ਲੱਗੇ ਕਹਿਣ, ਕੱਲ ਕੇ ਨੰਬਰਦਾਰਾ ਤੇਰਾ ਭਲਾ ਨਹੀਂ ਹੋ ਸਕਦਾ। ਉਹਨੇ ਫਿਰ ਬੇਨਤੀ ਕੀਤੀ, ਮਹਾਰਾਜ ਗੁਰਬਾਣੀ 'ਚ ਲਿਖਿਆ ਨਿੰਦਕ ਤਰ ਜਾਂਦੇ ਨੇ ਸੰਤਾਂ ਦੇ ਮਨ ਨੂੰ ਪਾਇਆ, ਨਿੰਦਕ ਤਰ ਜਾਂਦੇ ਨੇ ਸੰਤਾਂ ਦੇ ਮਨ ਨੂੰ ਪਾਇਆ, ਨਿੰਦਕ ਤਰ ਜਾਂਦੇ ਨੇ। ਪਾਜੇ ਨਿੰਦਕ ਤਰ ਜਾਂਦੇ ਨੇ ਸੰਤਾਂ ਦੇ ਮਨ ਨੂੰ ਪਾਜੇ, ਕਿਰਪਾ ਜੇ ਕਰੇ ਨਾਨਕ ਸੰਤ ਭਾਦਾ ਤਾਂ ਨਿੰਦਕ ਵੀ ਤਰੈ। ਇਹਨੇ ਆਖਿਆ ਮਾਰ ਗੁਰਬਾਣੀ 'ਚ ਲਿਖਿਆ ਕਿ ਇਹ ਸੱਚ ਹੈ, ਸੰਤ ਕਹਿੰਦਾ ਬਿਲਕੁਲ ਸੱਚ। ਆਖਿਆ ਸੋਹਣਾ ਨੰਬਰਦਾਰਾ, ਤੂੰ ਸਾਡਾ ਇੱਕ ਕੀਰਤਨ ਵੀ ਸੁਣਿਆ ਹੁੰਦਾ, ਤੇਰਾ ਭਲਾ ਹੋ ਜਾਂਦਾ। ਮੈਂ ਪੁਰਖ ਦਇਆ ਦੇ ਘਰ ਵਿੱਚ ਆਏ, ਕਹਿਣ ਲੱਗੇ ਨੰਬਰਦਾਰਾ ਤੈਨੂੰ ਕੀਰਤਨ ਸੁਣਨਾ ਨਸੀਬ ਤੇ ਨਹੀਂ ਹੋਵੇਗਾ, ਕਿਉਂਕਿ ਕੱਲ ਨੂੰ ਸਾਡੀ ਇੰਗਲੈਂਡ ਦੀ ਤਿਆਰੀ ਹੈ। ਆਖਿਆ ਜਾ ਨੰਬਰਦਾਰਾ, ਇੱਕ ਕੀਰਤਨ ਵੀ ਸੁਣਿਆ ਹੁੰਦਾ ਤੇਰਾ ਭਲਾ ਹੋ ਜਾਂਦਾ, ਕੀਰਤਨ ਤਾਂ ਤੂੰ ਨਹੀਂ ਸੁਣ ਸਕੇਗਾ। ਮਹਾਂਪੁਰਖਾਂ ਨੇ ਆਪਣੇ ਸਰੀਰ ਵੱਲ ਇਸ਼ਾਰਾ ਕਰਦੇ ਆਖਿਆ ਨੰਬਰਦਾਰਾ ਜਾਂਦੀ ਵਾਰੀ ਤੂੰ ਸਾਡੇ ਇਸ ਪੰਜ ਭੌਤਿਕ ਸਰੀਰ ਦਾ ਦਰਸ਼ਨ ਕੀਤੇ ਨੇ, ਜਾਓ ਤੈਨੂੰ ਮਨੁੱਖਾ ਜਨਮ ਮਿਲ ਜਾਏਗਾ, ਫਾਇਦਾ ਪਾ ਲਈ। ਜਾਂਦਾ ਸੀ ਨਿਹਾਲ ਕਰੀ, ਜਾਂਦਾ ਸੀ ਕਿਨਕਾ ਦੇਖੇ ਨਾ, ਜਿੱਥੇ ਜਾਂਦੇ ਸੀ ਨਿਹਾਲ ਕਰੀ ਜਾਂਦੇ ਸੀ, ਕਿਨਕਾ ਦੇਖੇ ਨਾ ਜਾਂਦੇ ਸੀ ਨਿਹਾਲ ਕਰੀ ਜਾਂਦੇ ਸੀ, ਕਿਣਕਾ ਦੇ ਕੇ ਨਾਮ ਦਾ ਜਾਂਦੇ ਸੀ ਨਿਹਾਲ ਕਰੀ ਜਾਂਦੇ ਸੀ, ਕਿਣਕਾ ਦੇ ਕੇ ਨਾਮ ਦਾ। ਜਿੱਥੇ ਜਾਂਦੇ ਨੇ ਨਿਹਾਲ ਕਰੀ ਜਾਂਦੇ ਨੇ, ਕਿਣਕਾ ਦੇ ਕੇ ਨਾਮ ਦਾ। ਜਿੱਥੇ ਜਾਂਦੇ ਨੇ ਨਿਹਾਲ ਕਰੀ ਜਾਂਦੇ ਨੇ, ਕਿਣਕਾ ਦੇ ਕੇ ਨਾਮ ਦਾ। ब्रह्म ज्ञानी मुक्त जुग जी का दाता, ब्रह्म ज्ञानी पूर्व को बताता। थोड़ा सा पुजना और रब्बा पैन किसे जावे, विछोड़े वाली मार पूरी पैन किसे जावे, विछोड़े वाली मार पूरी। रब्बा पैन किसे जावे, विछोड़े वाली मार पूरी। रब्बा पैन किसे जावे, विछोड़े वाली मार पूरी। लग ना किसे जावे, विछोड़े वाली मार पूरी। लग ना किसे
ਬਾਬਾ ਪੈਨ ਕਿਸੇ ਨੂੰ ਜਾਵੇ ਛੋੜੇ ਵਾਲੀ ਮੈਂ ਕੁੜੀ ਨੂੰ ਜਾਵੇ ਛੋੜੇ ਵਾਲੀ ਮਾਰ ਕੁੜੀ ਪੈਨਕ ਦੇ ਨੂੰ ਜਾਵੇ ਛੋੜੇ ਵਾਲੀ ਮਾਰ ਕੁੜੀ ਪਲਕ ਨਾ ਕਿਸੇ ਨੂੰ ਜਾਵੇ ਛੋੜੇ ਵਾਲੀ ਪਲਕ ਨਾ ਕਿਸੇ ਨੂੰ ਜਾਵੇ ਛੋੜੇ ਵਾਲੀ ਸੁਣੇ ਟੁੱਖ ਪਿੰਡ ਤੇ ਮਾਰਿਓ ਦਾ ਭੱਜ ਆਏ ਆਪਣੇ ਫਿਰਗੀ ਨਾ ਵਿਰੋਧ ਆਖਰੀ ਮੁਲਾਕਾਤ ਸੰਤ ਬਾਬਾ ਕਿਸ਼ਨ ਸਿੰਘ ਇੰਗਲੈਂਡ ਨਾ ਜਾਓ ਉੱਥੇ ਹੀ ਨੇੜੇ ਤੇੜੇ ਸ਼ਹਿਰਾਂ ਪਿੰਡਾਂ ਦੇ ਦੀਵਾਨ ਦੇ ਦਿਆ ਕਰੋ। ਮਹਾਂਪੁਰਖਾਂ ਨੇ ਆਖਿਆ ਕਿਸ਼ਨ ਸਿੰਘ ਮਹਾਂਪੁਰਖ ਬਚਨ ਕੇ ਪੜੀ ਅਸੀਂ ਇੰਗਲੈਂਡ ਦੀਆਂ ਸੰਗਤਾਂ ਨਾਲ ਵਾਅਦਾ ਕਰਕੇ ਆਏ ਆ ਜੇ ਸੰਤੀ ਆਪਣੇ ਬਚਨਾਂ ਤੇ ਨਾ ਰਿਹਾ ਦੁਨੀਆ ਦਾ ਕੀ ਹਾਲ ਹੋਊਗਾ। ਫਿਰ ਆਖਿਆ ਬਾਬਾ ਜੀ ਸਾਡੀ ਸੰਪਰਦਾ ਵਿੱਚ ਬੜੇ ਬੜੇ ਬਚਨ ਬਲਾਸ ਹੋਏ ਦੱਸ ਕੇ ਜਾਂਦੇ ਰਹੇ ਨੇ ਅੱਲਾ ਕੀ ਰਮਜਾ ਮਾਰੀ ਜਾਂਦੇ ਸਨ। ਆਖਿਆ ਹੁਣ ਦੱਸ ਕੇ ਜਾਣ ਦਾ ਸਮਾਂ ਨਹੀਂ ਰਿਹਾ। ਮਹਾਂਪੁਰਖਾਂ ਨੇ ਆਖਿਆ ਫਿਰ ਵੀ ਤੇ ਜਾਣਾ ਹੀ ਆ ਇੱਥੇ ਰਾੜਾ ਸਾਹਿਬ ਸਰੀਰ ਦਾ ਤਿਆਗ ਕਰ ਦਿਓ। ਮਹਾਂਪੁਰਖਾਂ ਨੇ ਜਥੇਦਾਰ ਸਿੰਘਾਂ ਨੂੰ ਆਖਿਆ ਜੇ ਅਸੀਂ ਰਾੜਾ ਸਾਹਿਬ ਨਾ ਸਰੀਰ ਦਾ ਤਿਆਗ ਕਰ ਦਈਏ ਰਾੜਾ ਸਾਹਿਬ ਦੀ ਨਹਿਰ ਸ਼ਰਧਾਲੂ ਛਾਲਾਂ ਮਾਰ ਮਾਰ ਕੇ ਲਾਸ਼ਾਂ ਨਾਲ ਭਰ ਦੇਣਗੇ। ਸਮੇਂ ਦੀਆਂ ਦੋ ਮਹਾਨ ਹਸਤੀਆਂ ਜੀਵਨ ਚੰਗ ਸਕੇ ਭਰਾਵਾਂ ਤੋਂ ਵੱਧ ਬਤਾਇਆ। ਜਦੋਂ ਭੋਰਾ ਸਾਹਿਬ ਚੋਂ ਬਾਹਰ ਨਿਕਲੇ ਅੱਜ ਮਹਾਂਪੁਰਖ ਸੰਤ ਬਾਬਾ ਕਿਸ਼ਨ ਸਿੰਘ ਮਹਾਂਪੁਰਸ਼ਾਂ ਦੇ ਚਿਹਰੇ ਤੇ ਉਦਾਸੀ ਸੀ। ਹੁਣ ਕਿੱਥੋਂ ਬਾਬਾ ਨਾਲ ਮਿਲੇ ਪਾਈਆਂ ਨਾਲੋਂ ਪਾਈ ਵਿਛੜੇ ਹੁਣ ਕਿੱਥੋਂ ਬਾਬਾ ਨਾਲ ਮੇਲੇ ਭਾਈ ਵਿਛੜੇ ਹੋਣਗੇ ਬਾਬਾ ਨਾਲ ਮੇਲੇ ਭਾਈਆਂ ਨਾਲੋਂ ਭਾਈ ਵਿਛੜੇ ਹੋਣਗੇ ਸਭਾ ਨਾਲ ਮੇਲੇ ਭਾਈਆਂ ਨਾਲੋਂ ਭਾਈ ਵਿਛੜੇ ਹੋਣਗੇ ਸਭਾ ਨਾਲ ਮੇਲੇ ਭਾਈਆਂ ਨਾਲੋਂ ਭਾਈ ਵਿਛੜੇ ਹੋਣਗੇ ਤੂੰ ਪੱਪਾ ਨਾਲ ਮਿਲਨੇ ਤੂੰ ਪੱਪਾ ਨਾਲ ਮਿਲਨੇ ਪਾਈਆਂ ਨਾਲ ਪਾਈ ਵਿਛੜੇ ਹੋਣਗੇ ਤੂੰ ਪੱਪਾ ਨਾਲ ਮਿਲਨੇ ਪਾਈਆਂ ਨਾਲ ਪਾਈ ਵਿਛੜੇ ਹੋਣਗੇ ਸਭਾ ਨਾਲ ਮੇਲੇ ਭਾਈਆਂ ਨਾਲੋਂ ਭਾਈ ਵਿਛੜੇ ਹੋਣਗੇ ਸਭਾ ਨਾਲ ਮੇਲੇ ਭਾਈਆਂ ਨਾਲੋਂ ਭਾਈ ਵਿਛੜੇ ਹੋਣਗੇ ਸਭਾ ਨਾਲ ਮੇਲੇ ਭਾਈਆਂ ਨਾਲੋਂ ਭਾਈ ਵਿਛੜੇ ਹੁਣ ਤਾਂ ਹੋਣਗੇ ਸਭਾ ਨਾਲ ਮੇਲੇ ਭਾਈਆਂ ਨਾਲੋਂ ਭਾਈ ਵਿਛੜੇ ਨਦੀਆਂ ਪਾਪ ਸੁਨੀਆਂ ਸੰਜੋ ਕੀ ਰਾਮ ਜੋਗ ਮੈਲਾ ਵਿੱਚ ਕਰੇ ਕੋਈ ਜਾਣੇ ਜੋਗੀ ਰਾਮ ਗੱਡੀ ਸਭਾ
ਵਿਲੱਖਣ ਸਮੇਂ ਕਈਆਂ ਨੇ ਆਖਿਆ ਬਾਬਾ ਜੀ ਰਾੜਾ ਸਾਹਿਬ ਵਰਗੇ, ਧਵਲਾਨ ਸਾਹਿਬ ਵਰਗੇ, ਹਾਪੜ ਵਰਗੇ ਸਥਾਨਾਂ ਦਾ ਕੀ ਬਣੂਗਾ। ਸੰਤ ਮਾਰ ਦਾ ਕਹਿਣਾ ਉਹ ਤੁਸੀਂ ਸਥਾਨਾਂ ਦੀ ਗੱਲ ਕਰਦੇ ਹੋ, ਸਾਡੇ ਧਿਆਨ ਵਿੱਚ ਤਾਂ ਦੁਨੀਆ ਹੀ ਨਹੀਂ ਹੈ। ਹੱਥ ਫੇਰਿਆ ਮਹਾਂਪੁਰਖਾਂ ਨੇ, ਕੱਟ ਕੇ ਚਾਰ ਦਹਾੜੇ ਕੂੰਜਾਂ ਤੁਰ ਚੱਲੀਆਂ, ਕੱਟ ਕੇ ਚਾਰ ਦਹਾੜੇ ਕੂੰਜਾਂ, ਕੱਟ ਕੇ ਚਾਰ ਦਿਹਾੜੇ ਕੁੰਜਾਂ ਤੁਰ ਚੱਲੀਆਂ, 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 ਕੱਟ ਕੇ ਚਾਰ ਦਹਾੜੇ ਕੂੰਜਾਂ ਤੁਰ ਚੱਲੀਆਂ, ਕੱਟ ਕੇ ਚਾਰ ਦਹਾੜੇ ਕੂੰਜਾਂ ਤੁਰ ਚੱਲੀਆਂ, ਕੱਟ ਕੇ ਚਾਰ ਦਿਹਾੜੇ ਕੁੰਜਾਂ ਤੁਰ ਚੱਲੀਆਂ, ਕੱਟ ਕੇ ਚਾਰ ਦਿਹਾੜੇ ਕੁੰਜਾਂ ਤੁਰ ਚੱਲੀਆਂ, ਦਿਹਾੜੇ ਕੁੰਜਾਂ ਤੁਰ ਚੱਲੀਆਂ, ਕੱਟ ਕੇ ਚਾਰ ਦਿਹਾੜੇ ਕੁੰਜਾਂ ਤੁਰ ਚੱਲੀਆਂ, ਰੁੱਖ ਫਰੀ ਪਾਣੀ ਕੰਬੀਆ ਚੜੇ ਚੜ ਪਾਏ, ਕਰ ਕੁੰਡਾ ਟੁੰਡੀਆਂ ਐਨਕ ਤਾਲੂ ਲਾਏ। ਸਮਾਂ ਗਿਆ ਨਹੀਂ ਦੇ ਰਿਹਾ, ਇੱਥੋਂ ਦਿੱਲੀ ਪੁੱਜਣਾ ਪਹਿਲਾਂ ਪਾਲਮ ਪਰਬ 에ਅਰਪੋਰਟ ਹੁੰਦਾ ਸੀ। ਜਾਣ ਸਮੇਂ ਮਹਾਂਪੁਰਖਾਂ ਨੇ ਦੋ ਬਚਨ ਕਹੇ, ਗੁਰੂ ਨਾਨਕ ਦੀ ਸੰਗਤ ਹੈ, ਸ਼ਬਦ ਮਲਾਵਾ ਹੋਤ ਹੈ ਤੇ ਮਲਾਵਾ ਨਾ ਹੈ। ਆਖਿਆ ਗੁਰੂ ਨਾਨਕ ਦੀ ਸੰਗਤ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਰਹਿਣਗੇ ਅਸੀਂ ਉਹਨਾਂ ਦੇ ਅੰਗ ਸੰਗ ਰਹਾਂਗੇ। ਬਾਕੀ ਰਹੀ ਗੱਲ ਸਰੀਰ ਦੀ, ਇਹ ਸਰੀਰ ਦਾ ਸੰਬੰਧ ਇਹ ਥੋੜੇ ਦਿਨਾਂ ਦੀ ਗੱਲ ਆ। ਸੰਤਾਂ ਦੀਆਂ ਤਾਹਾਂ ਨਿਕਲ ਗਈਆਂ, ਕਿਤੇ ਯਾਦ ਆਏ ਤਾਂ, ਕਿਤੇ ਯਾਦ ਆਏ ਤਾਂ ਰੋਇਓ ਨਾ, ਯਾਦ ਆਏ ਤਾਂ ਯਾਦ ਆਏ ਤਾਂ ਰੋਇਓ, ਜਿੱਤੇ ਯਾਦ ਆਏ ਤਾਂ ਰੋਇਓ ਨਾ, ਜਿੱਤੇ ਯਾਦ ਆਏ ਤਾਂ ਰੋਇਓ ਨਾ, ਕਿਤੇ ਯਾਦ ਆਏ ਤਾਂ ਰੋਇਓ ਨਾ, ਯਾਦ ਆਏ ਤਾਂ ਰੋਇਓ ਨਾ। ਯਾਦ ਆਏ ਤੇ ਰੋਇਓ ਨਾ, ਯਾਦ ਆਏ ਤੇ ਰੋਇਓ ਨਾ, ਤਾਂ ਰੋਇਓ ਨਾ, ਜਿੱਤੇ ਯਾਦ ਆਏ ਤਾਂ ਰੋਇਓ ਨਾ, ਸਬਰਾਂ ਦੇ ਕੁੱਟ ਭਰ ਲੈਣੇ, ਯਾਦ ਆਏ ਤਾਂ ਕਿਤੇ ਯਾਦ ਆਏ ਤਾਂ ਰੋਇਓ ਨਾ, ਸਬਰਾਂ ਦੇ ਕੁੱਟ ਭਰ ਲੈਣੇ, ਯਾਦ ਆਏ ਤੇ ਰੋਇਓ ਨਾ, ਯਾਦ ਆਏ ਤੇ ਰੋਇਓ ਨਾ, ਸਬਰਾਂ ਦੇ ਘੁੱਟ ਭਰ ਲਿਓ, ਯਾਦ ਆਏ ਤਾਂ ਰੋਇਓ ਨਾ, ਜਿੱਤੇ ਯਾਦ ਆਏ ਤਾਂ ਰੋਇਓ ਨਾ, ਸਬਰਾਂ ਦੇ ਕੁੱਟ ਭਰ ਲੈਣੇ, ਯਾਦ ਆਏ ਤਾਂ ਰੋਇਓ ਨਾ, ਯਾਦ ਆਏ ਤਾਂ ਰੋਇਓ ਨਾ। ਸਬਰਾਂ ਦੇ ਘੁੱਟ ਭਰ ਲੈ, ਯਾਦ ਆਏ ਤਾਂ ਰੋਇਓ ਨਾ, ਯਾਦ ਆਏ ਤਾਂ ਰੋਇਓ ਨਾ, ਘੁੱਟ ਭਰ ਲੈ, ਯਾਦ ਆਏ ਤਾਂ ਰੋਇਓ ਨਾ, ਯਾਦ ਆਏ ਤਾਂ ਰੋਇਓ ਨਾ, ਸੱਜਣ ਨਹੀਂ ਤੇ ਰੰਗਲੇ ਜਾਏ ਤੇ ਜੀਰਾਣਾ, ਉਹ ਪੀਰੋਂ ਡੁਮੜੀ ਉਹ ਵਾਚੀ ਬਾਣਾ। ਇੰਗਲੈਂਡ ਦੀ ਧਰਤੀ ਤਾਂ ਪੁੱਜਣਾ, ਉੱਥੇ ਦੇ ਲੋਕਾਂ ਨੂੰ ਪੁੱਛਦੇ, ਵੈਸੇ ਤਾਂ ਪਾਣੀ ਇੱਥੇ ਵੀ ਬੜਾ, ਇੰਗਲੈਂਡ ਦਾ 4 ਚੁਫੇਰੇ ਸਮੁੰਦਰ ਹੈ, ਪਰ ਕਹਿੰਦੇ ਜੇ ਇੱਥੇ ਕੋਈ ਬੰਦਾ ਸਰੀਰ ਛੱਡਦਾ ਇੰਗਲੈਂਡ ਦਾ, ਇੰਡੀਆ ਦਾ ਕੋਈ ਬੰਦਾ ਮਾਫ ਕਰਨਾ ਸਰੀਰ ਛੱਡ ਜੇ, ਉਹਦਾ ਸਰੀਰ ਵਾਪਸ ਇੰਗਲੈਂਡ ਜਾ ਇੰਡੀਆ ਜਾ ਸਕਦਾ। ਕਹਿੰਦਾ ਵੈਸੇ ਤਾਂ ਪਾਣੀ ਇੱਥੇ ਵੀ ਬੜਾ, ਪਰ ਸੰਗਤਾਂ ਨੂੰ ਚਾਹਨਾ ਹੁੰਦੀ ਕਿ ਮਹਾਂਪੁਰਖਾਂ ਦੇ ਸਰੀਰ ਦੇ ਅੰਤਮ ਦਰਸ਼ਨ ਕਰ ਲਈਏ। ਜਥੇਦਾਰ
ਬਾਬਾ ਮਿੰਦਰ ਸਿੰਘ ਜੀ ਨੇ 40 ਵਾਰ ਢੋਲਕੀ ਵਜਾਈ ਆ। ਬੇਨਤੀ ਕੀਤੀ ਬਾਬਾ ਜੀ ਜੇ ਆਪ ਨੇ ਜਾਣਾ ਹੀ ਆ ਕੋਕੋ ਕੋਲੇ ਵਾਲਿਆਂ ਨੂੰ ਕਹਿ ਕੇ ਇੰਡੀਆ ਦੀਆਂ ਟਿਕਟਾਂ ਵਾਪਸ ਕਰਵਾ ਲੈਂਦੇ ਹੋ। ਬਾਬਾ ਜੀ ਜੇ ਪਾਉਣਾ ਜ਼ਬਰਦਸਤ ਅਸੀਂ ਕਿਹੜਾ ਮੁੰਡਾ ਕੇ ਇੰਡੀਆ ਜਾਵਾਂਗੇ। ਇੱਕ ਪਰਿਵਾਰ ਦੇ ਵਿੱਚ ਗਏ, ਕਹਿੰਦਾ ਤੁਹਾਡੇ ਘਰ ਸਰੀਰ ਛੱਡ ਦਈਏ। ਸਾਰਾ ਪਰਿਵਾਰ ਤਾਹਾ ਮਾਰ ਕੇ ਰੋਪਿਆ। ਮਹਾਰਾਜ ਕਹਿੰਦਾ ਤੁਸੀਂ ਤਾਂ ਐਵੇਂ ਰੋਪੇ, ਅਸੀਂ ਜਿੱਥੇ ਜਾਣਾ ਉਹ ਧਰਤੀ 150 ਕਿਲੋਮੀਟਰ ਤੇ ਸਾਡੀ ਇੰਤਜ਼ਾਰ ਕਰ ਰਹੀ ਆ। ਵੁਲਵਰਹੈਂਪਟਨ ਇੰਗਲੈਂਡ ਦਾ ਇੱਕ ਸ਼ਹਿਰ ਬਰਮਿੰਘਮ ਵਿੱਚ ਪੈਂਦਾ। ਇਹਦੇ ਨੇੜੇ ਹੀ ਮਹਾਂਪੁਰਖਾਂ ਦੀ ਯਾਦ 'ਚ ਇੱਕ ਸਥਾਨ ਬਣਾਇਆ। ਇੱਧਰ ਸੰਤ ਭਗਵਾਨ ਸਿੰਘ ਰੇਰੂ ਸਾਹਿਬ ਵਾਲੇ ਸੰਤ ਮਰਦ ਗੁਰ ਭਾਈ ਸਨ। ਉਹਨਾਂ ਨੇ ਅੰਤਰ ਧਿਆਨ ਹੋ ਕੇ ਵੇਖਿਆ। ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲੇ ਜੀਵਨ ਦੀ ਕੋਈ 18 ਦਿਨ ਜੀਵਨ ਦੀ ਉਮਰ ਅਜੇ ਬਾਕੀ ਹੈ। ਵੇਖਿਆ ਉਹਨਾਂ ਦੀ ਸਰੀਰਕ ਉਮਰ ਕੱਲ ਨੂੰ ਖਤਮ ਆ। ਸੰਤ ਭਗਵਾਨ ਸਿੰਘ ਦੇ 18 ਦਿਨ ਰਹਿੰਦੇ ਸਨ। ਘਰ ਕਾ ਸਕਿਆ ਸੀ ਇਸ਼ਨਾਨ ਸੰਤ ਭਗਵਾਨ ਸਿੰਘ ਨੇ ਆ ਮਹਾਂਪੁਰਖਾਂ ਦਾ ਜਾਣਾ। ਮਰੇ ਕਲਪ ਜਗ ਸਾਰਾ ਸਾਧੂਆਂ ਦਾ ਜਾਣਾ ਵੱਖਰਾ। ਕਲਪ ਜਗ ਸਾਰਾ ਸਾਧੂਆਂ ਦਾ ਜਾਣਾ ਵੱਖਰਾ। ਮਰੇ ਕਲਪ ਜਗ ਸਾਰਾ ਸਾਧੂਆਂ ਦਾ ਜਾਣਾ ਵੱਖਰਾ। ਮਰੇ ਕਲਪ ਜਗ ਸਾਰਾ ਸਾਧੂਆਂ ਦਾ ਜਾਣਾ ਵੱਖਰਾ। जो हर पाए जिनकी कथा निराली रे अवन जावे कबू मरते और ब्रह्म संगारी रे। संत भगवान सिंह होरां ने अमृत वेला सिक्या सी इशनान करके गुरु ग्रंथ साहब के चरना अगे अरदास करके गरीब नवाज मेरा वीर संत ईशर सिंह वलैतां दे विच गुरमत दा प्रचार करने वास्ते गया। उन्हां दी सवेरे 18 दिन की उम्र, उन्हां दी सवेरे जिंदगी दे जीवन खत्म ने। किरपा करो मेरी 18 दिन की जिंदगी संत ईशर सिंह होरां नूं लग जाए। अरदास करके शरीर त्याग दिता। संत भगवान सिंह का शरीर त्यागण की खबर फोन राही संत महाराज नूं इंग्लैंड विच पहुंचाई गई। संत महाराज छोटी जी हासी हस के कहन लगे गड्डी तो इंग्लैंड तो पंजाब नूं चलनी सी, गड्डी तो इंग्लैंड तो पंजाब नूं चलनी सी, पर गड्डी पंजाब तो इंग्लैंड नूं चल पई है। चलो कोई नहीं, असीं वापसी गड्डी दे वापस चले जावांगे। 22, 23, 24, 25, 26 दीवान अगस्त महीने का वुलवरहैंपटन दिते गए। 25 तरीक की रात नूं दीवान दे विच महापुरखा ने कह दिता गुरु नानक दी संगत तुहाडा कल दा दीवान बाकी रह गया। बेद न जाने ताद दी मैं बेद न जाने ताद दी मैं
इनमें भेद न जाने रत्न से सब ज्ञान आज 5 रात है अगस्त अमृत वेला होया करके सुकेसी स्नान महापुरख लाड़े वाले चौंकड़ा मार के बैठे ने 7 बजे के करीब सेवादार नित रोज के नियम के मुताबिक एक चाह का प्याला लैके जाता सी दरवाजा खटखटाया चिटकनी लगी सी इन्हां दिनों च विधान के ग्रंथ ज्यादा सुनिया करते सन जथे वाले सिंह दीवान की तैयारी करने वास्ते 26 तरीक का जगह वगैरह का प्रबंध करने वास्ते चले गए 8 बजे का समा हो गया अखीर जदों 9 बजे दरवाजा खटखटाया चिटकनी अपने आप खुल गई ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਜੋਤ ਵਿੱਚ ਜੋਤ ਮਿਲ ਗਈ ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਜੋਤ ਵਿੱਚ ਜੋਤ ਮਿਲ ਗਈ सूरज किरंदली जल का जल हुआ राम ज्योति ज्योत रली संपूर्ण दिया मुख की गल की संत मारदा जाना जंगल की अग वांगों सारे भारत विच नहीं दुनिया के कोने कोने विच जंगल की अग वांगू फैल गया जिथे कोई खलोता खलोता ही रोंदा सी जब मैं रोंदियां ते सारा जग रोंदा है रोंदे ने पंखेरू बना दे रोंदियां सारा जग रोंदा है रोंदे ने पंखेरू बना दे रोंदियां ते सारा जग रोंदा है रोंदे ने पंखेरू बना दे जे मैं रोंदियां ते सारा जग रोंदा है रोंदे ने पंखेरू बना दे सब जग रुना रुन सगन पंखेरू एक नर मेरे तन का बिरहा जिन्हों बिरहा बिछोड़ी साढ़े तुरगत लांदे जानी गल रोवा लग के तन लांदे जानी गल रोवा लग के तुरगे ने दिला दे जानी गल रोवा लग के समा आज्ञा नहीं दिंदा महापुरखों का जाना अज भी इंज लगता जिवें अज ही गए ने जड़ियां तेरे चरना च मौजा माणियां तो सदा सन याद आउणियां तेरे चरना च मौजा
ਸਾਨੂੰ ਯਾਦ ਆਉਣੀਆਂ ਜਿਹੜੀਆਂ ਤੇਰੇ ਚਰਨਾਂ 'ਚ ਮੌਜਾਂ ਮਾਣੀਆਂ ਸਦਾ ਸਾਨੂੰ ਯਾਦ ਆਉਣੀਆਂ ਤੇਰੇ ਚਰਨਾਂ 'ਚ ਮੌਜਾਂ ਮਾਣੀਆਂ ਸਦਾ ਸਾਨੂੰ ਯਾਦ ਆਉਣੀਆਂ ਮਾਣੀਆਂ ਸਦਾ ਸਾਨੂੰ ਯਾਦ ਆਉਣੀਆਂ ਮੇਰੇ ਪਿਆਰੇ ਸਦਾ ਤੁਹਾਨੂੰ ਯਾਦ ਆਉਣੀਆਂ ਜੀ ਬਾਬਾ ਬਾਬਾ ਸਦਾ ਤੁਹਾਨੂੰ ਯਾਦ ਆਉਣੀਆਂ ਸਦਾ ਸਾਨੂੰ ਯਾਦ ਆਉਣੀਆਂ ਸਦਾ ਸਾਨੂੰ ਯਾਦ ਆਉਣੀਆਂ ਮੇਰੇ ਪਿਆਰੇ ਸਦਾ ਸਾਨੂੰ ਯਾਦ ਆਉਣੀਆਂ ਬਾਬਾ ਬਾਬਾ ਸਦਾ ਤੁਹਾਨੂੰ ਯਾਦ ਆਉਣੀਆਂ ਜੀ ਬਾਬਾ ਬਾਬਾ ਸਦਾ ਤੁਹਾਨੂੰ ਯਾਦ ਆਉਣੀਆਂ ਸਦਾ ਸਾਨੂੰ ਯਾਦ ਆਉਣੀਆਂ ਬਾਬਾ ਬਾਬਾ ਸਦਾ ਸਾਨੂੰ ਯਾਦ ਆਉਣੀਆਂ ਜਨਮ ਤੇਰੇ ਚਰਨਾਂ 'ਚ ਮੌਜਾਂ ਮਾਣੀਆਂ ਜਨਮ 'ਚ ਮੌਜਾਂ ਮਾਣੀਆਂ ਸਦਾ ਸਾਨੂੰ ਯਾਦ ਆਉਣੀਆਂ ਤੇਰੇ ਚਰਨਾਂ 'ਚ ਮੌਜਾਂ ਸਦਾ ਸਾਨੂੰ ਯਾਦ ਆਉਣੀਆਂ ਜਿਹੜੀਆਂ ਤੇਰੇ ਚਰਨਾਂ 'ਚ ਮੌਜਾਂ ਮਾਣੀਆਂ ਸਦਾ ਸਾਨੂੰ ਯਾਦ ਆਉਣੀਆਂ ਤੇਰੇ ਚਰਨਾਂ 'ਚ ਮੌਜਾਂ ਮਾਣੀਆਂ ਸਦਾ ਸਾਨੂੰ ਯਾਦ ਆਉਣੀਆਂ ਤੇਰੇ ਚਰਨਾਂ 'ਚ ਮੌਜਾਂ ਮਾਣੀਆਂ ਸਦਾ ਸਾਨੂੰ ਯਾਦ ਆਉਣੀਆਂ चरण कमल की मौज तो कहते उन्मान कहते को तो बालगी रे भाई परवान एक ब्रह्म ज्ञान दा सूरज जो 5 अगस्त 1905 ਨੂੰ ਆਲੋਵਾਲ ਦੀ ਪਵਿੱਤਰ ਧਰਤੀ ਤੇ ਨਿਕਲਿਆ ਸੀ ਉਹ ਸੂਰਜ 26 ਅਗਸਤ 1975 ਨੂੰ ਇੰਗਲੈਂਡ ਦੀ ਧਰਤੀ ਤੇ ਸਦਾ ਲਈ ਸਾਨੂੰ ਵਿਛੋੜਾ ਦੇ ਕੇ ਚਲਾ ਗਿਆ ਸਮਾਂ ਆਗਿਆ ਨਹੀਂ ਦਿੰਦਾ ਹੁਣ 9ਵੇਂ ਪਾਤਸ਼ਾਹ ਦੇ ਸ਼ਲੋਕ ਪੜ੍ਹੇ ਜਾਣਗੇ ਸਹਿਜ ਪਾਠ ਦੇ ਭੋਗ ਪਾਏ ਜਾਣਗੇ ਉਦੋਂ ਬਾਅਦ ਆਰਤੀ ਉਦੋਂ ਬਾਅਦ ਅਰਦਾਸ ਤੋਂ ਬਾਅਦ ਹੁਕਮਨਾਮਾ ਸਰਵਣ ਕਰਕੇ ਆਪ ਜੀ ਨੇ ਗੁਰੂ ਨਾਨਕ ਦੇ ਘਰੋਂ ਖੁਸ਼ੀਆਂ ਦੀਆਂ ਝੋਲੀਆਂ ਭਰ ਕੇ ਜਾਣਾ ਅਰਦਾਸ ਤੋਂ ਪਹਿਲਾਂ ਕਿਸੇ ਨੇ ਜਾਣ ਦੀ ਕੋਸ਼ਿਸ਼ ਨਹੀਂ ਕਰਨੀ ਜਦੋਂ ਅਰਦਾਸ ਹੁੰਦੀ ਹੈ ਉਦੋਂ ਸਿੱਖ ਦੀ ਹਾਜ਼ਰੀ ਗੁਰੂ ਨਾਨਕ ਦੇ ਘਰ ਪ੍ਰਵਾਨ ਹੁੰਦੀ ਹੈ ਸਾਰੀ ਰਾਤ ਤਾਂ ਕੀ ਮਹਾਂਪੁਰਖਾਂ ਦੇ ਜਾਣ ਤੋਂ ਬਾਅਦ ਜ਼ਿੰਦਗੀ ਦੇ 36 ਵਰ੍ਹੇ ਕਿਤੇ ਅੱਖ ਲੱਗ ਗਈ ਹੋਣੀ ਹੈ ਖੈਰ ਲੱਗ ਗਈ ਹੋਣੀ ਆ ਮਾਫ ਕਰਨਾ ਗੁਰੂ ਕੀ ਸੰਗਤ ਇਹਨੇ ਫਰੀਦਾ ਤਿੰਨਾਂ ਨੈਣ ਨਿੰਦਰਾ ਵੇਲੇ ਉਹਨਾਂ ਅੱਖਾਂ ਦੇ ਵਿੱਚ ਨੀਂਦ ਕਿੱਥੇ ਗੁਰੂ ਕੀ ਸੰਗਤ ਖੈਰ ਇਹਨਾਂ ਸ਼ਬਦ ਪ੍ਰਵਾਨ ਕਰੋ ਬੁਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ